च बंदन पाद पंकज बंद सिमरो अंगद दोख निकंदन दोख निकंद अमरदास गुर हृदय त्यागो हृदय श्री गुरु रामदास गुण गावो श्री गुरु रामदास गुण गावो गुरु अर्जन विघ्नन के नाशक विघ्नन के नाशक गुरु हर गोबिंद शुभ मत पर शुभ मत पर का गुरु हर राय नमो कर जोरी नमो कर गुरु हर कृष्ण मनाए बहो नाए तेग बहादुर परम कृपाला जी परम गुरु गोबिंद सिंह विशाला गुरु गोबिंद सिंह तरों तरापुर पुन पुन शीस पुन पुन शीस बंदों बार बार जगदी बंदों बार बार जग श्री गुरु ग्रंथ साहिब महाराज जी दी पावन पवित्र हजूरी अंदर सुभाएमान गुरु प्यारी साध संगत जी आप जी संध्या वेले दे दीवाना दे अंदर श्री गुरु अमरदास पातशाह महाराज जी दे पावन जीवन दी विचार श्रवण दे करन दे लई जुड़ बैठे हो। गुरबाणी दे विच महाराज सत संगत दा बड़ा वड्डा फल दसदे ने। सत संगत तो बिना मनुख दा पार उतारा नहीं हो सकता। सतसंग ऐसा सागर है जिहदे विच इशनान करन दे नाल मनुख दा मैला मन पवित्र हुंदा है। रोज रोज मन की मैल उतरती है। कीते गए माड़े कर्मां का वजन खत्म हुंदा है ते मन नूं परमेश्वर की सोझी पैंदी है। आओ असी कल ये श्रवण किया सी माई दास जो श्री कृष्ण जी की भगती करता है, वैष्णव संत है और ये वो चाहता है श्री गुरु साहिब जी के दरबार में गया पर अपने मन के अंदर उसने वितकर रखिया मैं वैष्णव हाँ, मैं इत्थे बह के लंगर नहीं छकांगा। पर उस तो बाद द्वारका दे विच जा रहा है अपने कीते हुए इस कर्म का पश्चाताप करन दे लई। रस्ते दे विच उसनूं भगवान की आवाज़ आउंदी है। उन्होंने इवें लगता है आवाज़ ये आउंदी है माई दास तू नेम नूं बरकरार रखिया अते प्रेम नूं तोड़िया है। पर जिथे प्रेम हुंदा है उत्थे नेम नहीं हुंदे। इस करके तू गोइंदवाल साहिब जा ते उत्थे जाके अपने पापां नूं बख्शाउणा कर। हुण ये तुरिया होया गोइंदवाल साहिब आउंदा है। आओ जिहड़ी उदों की कथा चलती है बड़े प्यार सत्कार दे नाल श्रवण करिए जी। दोहरा
ਵਾਤਿਆ ਤੁਰ ਹੋਏ ਦਰਸ ਕੋ, ਮਾਈ ਦਾਸ ਭਿਆਨ। ਦਰਸ਼ਨਾਂ ਵਾਸਤੇ ਬੜਾ ਦੁਖੀ ਹੋਇਆ। ਮੁਖ ਦੇ ਵਿੱਚੋਂ ਬਾਰ-ਬਾਰ ਗੁਰੂ ਦਾ ਨਾਮ ਲਈ ਜਾਂਦਾ ਹੈ ਤੇ ਉਥੋਂ ਜੰਗਲ ਦੇ ਵਿੱਚੋਂ ਵਾਪਸ ਚੱਲ ਪਿਆ ਹੈ। ਪੰਥ ਚਲਤ ਬਹੁ ਸ਼ੀਘ੍ਰ ਤੇ, ਹੋਵਤ ਸ਼੍ਰਮਤ ਮਹਾਨ। ਪੈਦਲ ਹੀ ਚੱਲਣ ਦੇ ਰਾਸਤੇ ਹੁੰਦੇ ਸੀ, ਬੜਾ ਤੇਜ਼ ਚੱਲਿਆ। ਬਹੁਤਾ ਤੇਜ਼ ਚੱਲਣ ਦੇ ਕਾਰਨ ਥੱਕ ਵੀ ਗਿਆ, ਕਿਉਂਕਿ ਮਨ ਦੇ ਅੰਦਰ ਚਾਹ ਹੈ ਔਰ ਜਿਹੜੀ ਚੀਜ਼ ਨੂੰ ਪ੍ਰਾਪਤ ਕਰਨ ਦੀ ਮਨ ਦੇ ਅੰਦਰ ਇੱਛਾ ਹੁੰਦੀ ਹੈ, ਜਦੋਂ ਤਾਈਂ ਉਹ ਪ੍ਰਾਪਤ ਨਹੀਂ ਹੁੰਦੀ ਮਨੁੱਖ ਦੇ ਸਿਰ ਦੇ ਉੱਤੋਂ ਵਜ਼ਨ ਨਹੀਂ ਲੈਂਦਾ। ਬਾਰ-ਬਾਰ ਉਸ ਨੂੰ ਉਹ ਚਿੱਤ ਵਧਾ ਰਹਿੰਦਾ ਹੈ, ਭਾਵੇਂ ਉਹ ਦੁਨਿਆਵੀ ਚੀਜ਼ ਹੈ ਔਰ ਭਾਵੇਂ ਪਰਮੇਸ਼ਰ ਹੈ। ਜਦੋਂ ਕਿਸੇ ਚੀਜ਼ ਦੀ ਮਨੁੱਖ ਨੂੰ ਅਤ ਜ਼ਰੂਰਤ ਹੋਏ ਔਰ ਜਦੋਂ ਤਾਈਂ ਉਹ ਨਾ ਮਿਲੇ, ਉਹਦੀ ਹਾਲਾਤ ਐਸੀ ਹੁੰਦੀ ਹੈ ਜਿਵੇਂ ਇੱਕ ਪਰਮੇਸ਼ਰ ਦੇ ਭਗਤ ਦੀ ਹੁੰਦੀ। ਦੋਵੇਂ ਚੀਜ਼ਾਂ ਬਰਾਬਰ ਨੇ। ਦੁਨੀਆ ਦੇ ਵਿੱਚ ਪਹਿਲਾ ਨੰਬਰ ਉਸ ਨੂੰ ਕੁਝ ਵੀ ਚੰਗਾ ਨਹੀਂ ਲੱਗਦਾ, ਨਾ ਰਾਤੀ ਸੌਂਦਾ ਨਾ ਦਿਨੇ ਸੌਂਦਾ, ਐਸੀ ਅਵਸਥਾ ਉਹਦੀ ਬਣ ਜਾਂਦੀ ਹੈ। ਜਿਵੇਂ ਮਹਾਰਾਜ ਬਾਣੀ ਦੇ ਵਿੱਚ ਵੀ ਕਹਿੰਦੇ ਨੇ, ਬਿਨ ਦੇਖੇ ਪ੍ਰੀਤਮਾ, ਜਾਂ ਆਪਾਂ ਜਿਹੜਾ ਸ਼ਬਦ ਪੜ੍ਹਦੇ ਮਿਲ ਮੇਰੇ ਪ੍ਰੀਤਮਾ ਜੀਓ, ਹੁਣ ਤੁਧ ਬਿਨ ਖਰੀ ਨਿਮਾਣੀ, ਜਿਹਦੇ ਵਿੱਚ ਕਹਿੰਦੇ ਨੇ ਇਹ ਮੇਰੇ ਪ੍ਰੀਤਮ ਮੈਨੂੰ ਮਿਲ, ਤੇਰੇ ਬਿਨਾ ਮੈਨੂੰ ਲੰਗਰ ਪਾਣੀ ਪ੍ਰਸ਼ਾਦਾ ਨਾ, ਰਾਤ ਨੂੰ ਨੀਂਦਰ ਆਉਂਦੀ ਹੈ, ਚੰਗਾ ਨਹੀਂ ਲੱਗਦਾ, ਪ੍ਰੇਮ ਹੈ। ਮੈਂ ਨੈਣੀ ਨੀਂਦ ਨਾ ਆਵੈ ਜੀਓ, ਭਾਵੈ ਅੰਨ ਨਾ ਪਾਣੀ, ਕੋਈ ਵੀ ਚੀਜ਼ ਚੰਗੀ ਨਹੀਂ ਲੱਗਦੀ। ਇਹ ਅਵਸਥਾ ਮਾਈ ਦਾਸ ਦੀ ਬਣੀ ਹੋਈ ਹੈ। ਨਿਸ ਦਿਸ ਰਾਮਤ ਦਿਵਸ ਧਿਆਨੇ, ਕ੍ਰਿਸ਼ਨ ਸਤਿਗੁਰੂ ਨਾਮ ਬਖਾਨੇ। ਰਾਤ ਨੂੰ ਵਿਸ਼ਰਾਮ ਕਰਦਾ ਹੈ ਅਤੇ ਦਿਨ ਦੇ ਸਮੇਂ ਚੱਲਦਾ ਰਹਿੰਦਾ ਹੈ। ਚਿਤ ਮੈਂ ਚਿਤਵਤ ਆਵਤ ਸੋਈ, ਪਾਰ ਧਰਮ ਗੁਰ ਅਮਰ ਜੇ ਹੋਈ। ਅਤੇ ਮਨ ਦੇ ਵਿੱਚ ਨਾ ਨਿਸ਼ਚਾ ਉਹਨੇ ਕਰ ਲਿਆ। ਨਿਸ਼ਚਾ ਕੀ ਕੀਤਾ? ਜੇ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਪਾਰ ਬ੍ਰਹਮ ਦਾ ਰੂਪ ਨੇ, ਜੇ ਉਹ ਪਰਮੇਸ਼ਰ ਦਾ ਰੂਪ ਹਨ, ਮੋਹ ਰੂਪ ਸਿਆਨ ਦਿਖਰਾਵੇ, ਚਤੁਰ ਪੁਜਾ ਬਨ ਮਾਲ ਸੁਹਾਵਨੇ। ਫਿਰ ਉਹ ਮੈਨੂੰ ਸ਼੍ਰੀ ਕ੍ਰਿਸ਼ਨ ਜੀ ਦੇ ਰੂਪ ਵਿੱਚ ਦਰਸ਼ਨ ਦੇਣਗੇ। ਜਿਵੇਂ ਉਹਨਾਂ ਦੇ ਕਹਿੰਦਾ 4 ਬਾਹਾਂ ਹਨ, 4 ਭੁਜਾਵਾਂ ਹਨ ਤੇ ਗਲ ਦੇ ਵਿੱਚ ਵੈਜੰਤੀ ਮਾਲਾ ਸ਼ੋਭਤ ਹੁੰਦੀ ਹੈ, ਇਸ ਰੂਪ ਦੇ ਵਿੱਚ ਮੈਨੂੰ ਉਹ ਦਰਸ਼ਨ ਦੇਣਗੇ। ਮੋਰ ਔਰ ਕੀ ਸਰਦਾ ਕਰ ਪੂਰੀ, ਦਰਸੋਂ ਸਭ ਤੇ ਮੂਰਤ ਰੂਰੀ। ਮੇਰੇ ਹਿਰਦੇ ਦੀ, ਮੇਰੇ ਦਿਲ ਦੇ ਵਿੱਚ ਲੱਗੀ ਹੋਈ ਜਿਹੜੀ ਇਹ ਤਾਂਘ ਹੈ ਵੀ ਮੈਨੂੰ ਸ਼੍ਰੀ ਕ੍ਰਿਸ਼ਨ ਜੀ ਦੇ ਦਰਸ਼ਨ ਹੋਣ, ਇਹ ਤਾਂਘ ਗੁਰੂ ਅਮਰਦਾਸ ਜੀ ਪੂਰੀ ਕਰਨਗੇ। ਏਕ ਇੱਕ ਦਿਨ ਮਹੇ ਪਹੁੰਚਿਓ ਆਏ, ਜੇਠਾਂ ਗੋਇੰਦ ਬਾਲ ਸੁਆਏ। ਬਾਰ-ਬਾਰ ਚੱਲਦਾ ਰਿਹਾ। ਕਈ ਦਿਨਾਂ ਦੇ ਸਫ਼ਰ ਤੋਂ ਬਾਅਦ ਅੰਤ ਦੇ ਵਿੱਚ ਉਹ ਗੋਇੰਦਵਾਲ ਸਾਹਿਬ ਪਹੁੰਚ ਗਿਆ ਹੈ। ਪ੍ਰਥਮੇ ਗਇਓ ਦੇਖ ਕੇ ਥਾਨਾ, ਕਰਿਓ ਜਾਚ ਕੇ ਭੋਜਨ ਖਾਨਾ। ਪਹਿਲਾਂ ਸਿੱਧੇ ਦਾ ਸਿੱਧਾ ਉਹ ਲੰਗਰ ਵਿੱਚ ਹੀ ਗਿਆ। ਪਹਿਲਾਂ ਵੀ ਆਇਆ ਸੀ ਗੋਇੰਦਵਾਲ ਸਾਹਿਬ, ਮਹਾਰਾਜ ਨੇ ਉਦੋਂ ਵੀ ਕਿਹਾ ਸੀ ਲੰਗਰ ਛਕ। ਹੁਣ ਪਰ ਆਪਣੇ ਆਪ ਹੀ ਸਿੱਧਾ ਲੰਗਰ ਦੇ ਵਿੱਚ ਗਿਆ। ਜਿਹੜੇ ਉੱਥੇ ਲੰਗਰ ਵਰਤਾਉਣ ਵਾਲੇ ਨੇ ਉਹਨਾਂ ਨੂੰ ਕਹਿੰਦਾ ਮੈਨੂੰ ਲੰਗਰ ਛਕਾਓ। ਹੁਣ ਆਪਣੇ ਮਨ ਦੇ ਵਿੱਚੋਂ ਜਿਹੜੀ ਕੁੱਲ ਦੀ, ਜਿਹੜੀ ਆਪਣੇ ਧਰਮ ਦੀ ਜਿਹੜੀ ਰੀਤ ਹੈ ਉਹ ਉਹਨੇ ਛੱਡ ਦਿੱਤੀ ਹੈ, ਕਿਉਂਕਿ ਦਰਸ਼ਨ ਕਰਨਾ ਚਾਹੁੰਦਾ ਹੈ। ਜੇ ਹਜੇ ਵੀ ਨੇਮ ਬਰਕਰਾਰ ਰੱਖੇਗਾ, ਕਿਉਂਕਿ ਨੇਮ ਵੀ ਇੱਕ ਕੰਧ ਹੈ। ਜਦੋਂ ਪ੍ਰੇਮ ਸ਼ੁਰੂ ਹੋ ਜਾਂਦਾ ਹੈ ਨੇਮ ਟੁੱਟ ਜਾਂਦੇ ਨੇ, ਬੰਧਨ ਟੁੱਟ ਜਾਂਦੇ ਨੇ। ਇਸ ਕਰਕੇ ਜਿਵੇਂ ਜਿਵੇਂ ਭਗਤਾਂ ਦਾ ਪਰਮੇਸ਼ਰ ਦੇ ਪ੍ਰਤੀ ਪ੍ਰੇਮ ਵੱਧਦਾ ਗਿਆ, ਉਹਨਾਂ ਦੇ ਮਨ ਦੇ ਵਿੱਚੋਂ ਇਹੀ ਆਵਾਜ਼ ਨਿਕਲਦੀ ਰਹੀ, ਨਾ ਕੋਈ ਹਿੰਦੂ ਨਾ ਮੁਸਲਮਾਨ, ਅੱਲਾਹ ਰਾਮ ਕੇ ਪਿੰਡ ਪ੍ਰਾਣ। ਉਹ ਇੱਕ ਹੀ ਗੱਲ ਕਹਿੰਦੇ ਰਹੇ, ਇੱਥੇ ਕੋਈ ਹਿੰਦੂ ਨਹੀਂ, ਕੋਈ ਮੁਸਲਮਾਨ ਨਹੀਂ, ਸਭ
ਅਵਲ ਅੱਲਾ ਨੂਰ ਉਪਾਇਆ ਕੁਦਰਤ ਦੇ ਸਭ ਬੰਦੇ। ਜਦੋਂ ਤੱਕ ਇਹ ਵੀ ਚੀਜ਼ ਮਨੁੱਖ ਦੇ ਅੰਦਰ ਹੈ, ਇਹ ਵੀ ਇੱਕ ਬੰਧਨ ਹੈ, ਇਹ ਵੀ ਮਨੁੱਖ ਨੂੰ ਤੋੜਦੀ ਹੈ। ਔਰ ਸਾਧ ਸੰਗਤ ਯਾਦ ਰੱਖਣਾ, ਜਿਹਦੇ ਅੰਦਰ ਧਰਮ ਦੇ ਬੰਧਨ ਨੇ, ਜਾਤਾਂ ਦੇ ਬੰਧਨ ਨੇ, ਉਹ ਇਸ ਟਾਈਮ ਤੇ ਬੰਧਨਾਂ ਨਾਲ ਹੀ ਭਰਿਆ ਪਿਆ। ਉਹਦੇ ਪਰਿਵਾਰ ਦੇ ਵਿੱਚ ਵੀ ਬੰਧਨ ਹੋਣਗੇ, ਕਿਉਂਕਿ ਬੰਧਨ ਇੱਕ ਬਿਮਾਰੀ ਹੈ। ਫਿਰ ਪਰਿਵਾਰ ਦੇ ਵਿੱਚ ਵੀ ਆਪਣਾ ਡਿਸਟੈਂਸ ਮੇਨਟੇਨ ਰੱਖਦਾ ਹੈ, ਉਹਦੇ ਪਰਿਵਾਰ ਦੇ ਵਿੱਚ ਵੀ ਇਹ ਚੀਜ਼ ਬਣੀ ਰਹਿੰਦੀ ਹੈ। ਉਹ ਵੱਖਰੀ ਗੱਲ ਹੈ, ਪ੍ਰਤੱਖ ਕਦੇ ਕਦੇ ਹੁੰਦੀ ਹੈ। ਆਪਾਂ ਸਵੇਰੇ ਵੀ ਇਹ ਬੇਨਤੀ ਕਰ ਰਹੇ ਸੀ, ਮਨੁੱਖ ਜੇ ਡੂੰਘੇ ਪੱਧਰ ਤੇ ਵੇਖੇ ਨਾ, ਮਨੁੱਖ ਸਿਰਫ ਆਪਣੇ ਆਪ ਦਾ, ਕਿਸੇ ਦਾ ਨਹੀਂ ਹੈ, ਸਿਰਫ ਆਪਣੇ ਆਪ ਦਾ। ਜੇ ਇਹਦੇ ਵਿੱਚ ਬੰਧਨ ਨਹੀਂ, ਜਿਸ ਦਿਨ ਇਹਦੇ ਬੰਧਨ ਟੁੱਟ ਜਾਂਦੇ ਨੇ, ਉਸ ਦਿਨ ਇਹ ਫਿਰ ਸਾਰਿਆਂ ਦਾ ਹੈ, ਫਿਰ ਸਾਰਿਆਂ ਦੇ ਕੰਮ ਆਉਂਦਾ ਹੈ। ਜਦੋਂ ਤਾਈਂ ਬੰਧਨ ਨੇ, ਉਦੋਂ ਤਾਈਂ ਮਨੁੱਖ ਸਿਰਫ ਆਪਣੇ ਆਪ ਦਾ ਹੀ ਹੈ। ਤ੍ਰਿਪਤ ਹੋਏ ਕੁਨ ਅੰਤਰ ਗਇਓ, ਮਨ ਬਾਚਤ ਤਸ ਦਰਸ਼ਨ ਭਇਓ। ਪਹਿਲਾਂ ਭੋਜਨ ਦੇ ਨਾਲ ਤ੍ਰਿਪਤ ਹੋਇਆ, ਤ੍ਰਿਪਤ ਹੋਣ ਤੋਂ ਬਾਅਦ ਸ਼੍ਰੀ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਨ ਲਈ ਗਿਆ ਹੈ। ਜੇ ਸਰੂਪ ਕੀ ਉਸਤਤ ਵੇਦ, ਕਰਤ ਰਹਤ ਨ ਪਾਵਤ ਭੇਦ। ਜਿਹੜੇ ਰੂਪ ਦੀ ਉਸਤਤ ਵੇਦ ਕਰਦੇ ਨੇ, ਜਿਹੜਾ ਰੂਪ ਪਰਮਾਤਮਾ ਦਾ ਵੇਦਾਂ ਵਿੱਚ ਲਿਖਿਆ ਹੈ, ਉਸੇ ਰੂਪ ਦੇ ਨੂੰ ਦਰਸ਼ਨ ਹੋਣ ਲੱਗ ਪਏ। ਕਿਉਂਕਿ ਮਨ ਦੇ ਵਿੱਚ ਚਾਹ ਹੈ। ਔਰ ਸਾਧ ਸੰਗਤ ਸਿਰਫ ਪਰਮੇਸ਼ਰ ਦੇ ਅੱਗੇ ਕੁਝ ਵੀ ਅਸੰਭਵ ਨਹੀਂ ਹੈ, ਕਿਉਂਕਿ ਉਹ ਤਾਂ ਏਡਾ ਵੱਡਾ ਹੈ, ਮਾਲਕ ਹੈ, ਤੇ ਮਾਲਕਾਂ ਅੱਗੇ ਕੀ ਅਸੰਭਵ ਹੁੰਦਾ ਹੈ। ਅਗਰ ਉਹ ਚਾਹੇ, ਜਿਹੜਾ ਰੂਪ ਉਹਦਾ ਭਗਤ ਵੇਖਣਾ ਚਾਹੁੰਦਾ ਹੈ, ਉਸੇ ਰੂਪ ਵਿੱਚ ਉਹ ਦਰਸ਼ਨ ਦੇ ਦੇਣ। ਜਿਹੜਾ ਵੀ ਰੂਪ, ਜਿਹੜੇ ਰੂਪ ਦੇ ਉਹ ਦਰਸ਼ਨ ਕਰਨਾ ਮੰਗਣਾ ਚਾਹੇ, ਜਿਹੜਾ ਰੂਪ ਉਹ ਕਹਿੰਦਾ ਹੈ, ਪਰਮਾਤਮਾ ਵਾਸਤੇ ਕਿਹੜਾ ਔਖਾ ਹੈ, ਉਹਨੇ ਤੇ ਬਣਾਉਣਾ ਹੈ ਰੂਪ, ਸਾਰੇ ਰੂਪ ਉਹਦੇ ਨੇ। ਆ ਜਿੰਨੀ ਦੁਨੀਆ ਵਿਖਦੀ ਹੈ, ਸਾਰਾ ਉਹਦਾ ਹੀ ਤਾਂ ਰੂਪ ਹੈ। ਮਹਾਰਾਜ ਬਾਣੀ 'ਚ ਵੀ ਕਹਿੰਦੇ ਨੇ, ਕਹਿੰਦੇ ਇਹ ਸਾਰਾ ਤੇਰਾ ਹੀ ਰਚਿਆ ਹੋਇਆ ਪਸਾਰਾ ਹੈ, ਔਰ ਤੇਰਾ ਹੀ ਰੂਪ ਹੈ। ਇਹ ਵਿਸ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਇਹ ਜਿਹੜਾ ਸੰਸਾਰ ਅਸੀਂ ਵੇਖ ਰਹੇ ਹਾਂ, ਇਹ ਰੱਬ ਦਾ ਰੂਪ ਹੈ। ਸਾਰੀ ਦੁਨੀਆ ਰੱਬ ਦੀ ਬਣਾਈ, ਉਹਦਾ ਰੂਪ ਹੈ ਇਹ। ਇਸ ਵਾਸਤੇ ਉਹਦੇ ਵਾਸਤੇ ਅਸੰਭਵ ਨਹੀਂ ਹੈ ਕਿਹੜੇ ਰੂਪ ਵਿੱਚ ਉਹ ਆ ਕੇ ਦਰਸ਼ਨ ਦੇ ਦੇਵੇ, ਕਿਉਂਕਿ ਸਾਰਿਆਂ ਵਿੱਚ ਉਹੀ ਹੈ। ਸਿਰਫ ਮਨੁੱਖ ਦੀ ਜ਼ਰੂਰਤ ਹੈ, ਜਿਹੜੇ ਰੂਪ ਵਿੱਚ ਉਹ ਦਰਸ਼ਨ ਮੰਗਦਾ ਹੈ, ਪਰਮਾਤਮਾ ਉਹਦੇ ਰੂਪ ਵਿੱਚ ਹੀ ਪਹੁੰਚ ਜਾਂਦਾ ਹੈ। ਦੋਹਰਾ ਅਪਾਰ ਸੁੰਦਰਤਾ ਪ੍ਰਭੂ ਕੀ, ਵਰਨ ਸਕੈ ਅਸ ਕਉ ਨ। ਪ੍ਰਭੂ ਦੀ ਉਸਤਤ, ਪਰਮਾਤਮਾ ਦੀ ਉਸਤਤ, ਉਹ ਕਿੰਨਾ ਸੁੰਦਰ ਹੈ, ਕਿੰਨਾ ਭੁਜਵੀਰ ਹੈ, ਕਿੱਡਾ ਬਲਵਾਨ ਹੈ, ਕਿੱਡਾ ਸ਼ਕਤੀਸ਼ਾਲੀ ਹੈ। ਉਹਦੇ ਵੱਸ ਦੇ ਵਿੱਚ ਕੀ ਕੀ ਚੀਜ਼ਾਂ ਨੇ, ਇਹਨੂੰ ਕੋਈ ਨਹੀਂ ਬਿਆਨ ਕਰ ਸਕਿਆ। ਜਿੰਨਾ ਵੀ ਬਿਆਨ ਕਰਾਂਗੇ ਉਹ ਘੱਟ ਹੀ ਰਹੇਗਾ। ਪਰਮਾਤਮਾ ਬਾਰੇ ਜਿੰਨਾ ਵੀ ਕਿਹਾ ਜਾਏਗਾ ਉਹ ਘੱਟ ਹੀ ਰਹੇਗਾ, ਕਿਉਂਕਿ ਮਨੁੱਖ ਦੀ ਜਿਹੜੀ ਬੁੱਧੀ ਉਹ ਛੋਟੀ ਜੀ ਹੈ। ਅੱਜ ਤਾਈਂ ਪਰਮੇਸ਼ਰ ਦੀ ਕੁਦਰਤ ਬਾਰੇ ਜਿੰਨਾ ਵੀ ਖੋਜਿਆ ਗਿਆ ਹੈ, ਉਹ 1% ਵੀ ਨਹੀਂ ਹੈ। ਪਹਿਲਾਂ ਕਦੀ ਮੰਨਿਆ ਜਾਂਦਾ ਸੀ ਇੱਕ ਸੂਰਜ ਹੈ, ਇੱਕ ਧਰਤੀ ਹੈ। ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਨਹੀਂ, ਲੱਖਾਂ ਹੀ ਧਰਤੀਆਂ ਨੇ, ਲੱਖਾਂ ਹੀ ਆਕਾਸ਼ ਨੇ। ਇੱਥੇ ਹੀ ਨਹੀਂ, ਅੱਜ ਤੇ ਸਾਇੰਸ ਮੰਨ ਗਈ ਹੈ ਇਸ ਚੀਜ਼ ਨੂੰ। ਵਿਗਿਆਨੀ ਨੇ ਜਿਹੜੇ ਪਦਾਰਥਾਂ ਦੀ ਖੋਜ ਕਰਦੇ ਨੇ, ਉਹ ਮੰਨ ਗਏ ਨੇ। ਉਹ ਕਹਿੰਦੇ ਨਹੀਂ, ਇੱਕ ਯੂਨੀਵਰਸ ਨਹੀਂ ਹੈ, ਕਈ ਗਲੈਕਸੀਆਂ ਨੇ, ਹਜ਼ਾਰਾਂ ਹੀ ਸੂਰਜ ਨੇ, ਹਜ਼ਾਰਾਂ ਹੀ ਚੰਦਰਮਾ ਨੇ। ਫਿਰ ਹਜੇ ਤਾਈਂ ਉਹਦੀ ਕੋਈ ਖੋਜ ਨਹੀਂ ਹੈ, ਕਿੱਡਾ ਵੱਡਾ ਹੈ ਕੋਈ ਪਤਾ ਨਹੀਂ ਲੱਗਿਆ ਕਿਸੇ ਨੂੰ ਅਜੇ ਤਾਈਂ। ਇਸ ਕਰਕੇ ਕਹਿੰਦੇ ਨੇ ਇੱਕ ਵਾਰੀ ਸੁਕਰਾਤ ਬੜਾ ਵੱਡਾ ਦਾਰਸ਼ਨਿਕ ਹੋਇਆ, ਫਿਲੋਸਫਰ। ਉਹਨੇ ਸੋਚਣਾ ਚਾਹਿਆ ਮੈਂ ਕਿਤੇ ਸੋਚ ਸੋਚ ਕੇ ਪਰਮਾਤਮਾ ਦੇ ਕਿੰਨੇ ਕੁ ਗੁਣ ਨੇ ਸਾਰੇ ਹੀ ਲਿਖ ਦੇਵਾਂ। ਕਰਦਾ ਰਿਹਾ, ਕੋਸ਼ਿਸ਼ ਕਰਦਾ ਰਿਹਾ, ਬਹੁਤ ਕੁਝ ਉਹਨੇ ਲਿਖਿਆ। ਅੰਤ ਦੇ ਵਿੱਚ ਪਰੇਸ਼ਾਨ ਹੋ ਗਿਆ, ਕਿਉਂਕਿ ਜਿਹੜੀ ਬਹੁਤੀ ਸਿਆਣਪ ਵੀ ਹੈ ਨਾ, ਇਹ ਵੀ ਪਰੇਸ਼ਾਨੀ ਦਾ ਕਾਰਨ ਹੈ ਸਾਧ ਸੰਗਤ।
क्योंकि जिन्नी ज़्यादा मनुख के अंदर सियाणप चतुराई ਵੱਧਦੀ है ਉਹਦੇ अंदर शरधा घटती है, अंदरों मनुख सुक्का ਹੁੰਦਾ ਜਾਂਦਾ है। ਜਿਉਂ-ਜਿਉਂ ਇਹਦੇ ਕੋਲ ਵਿਦਿਆ ਵੱਧਦੀ ਹੈ, ਧਨ ਵੱਧਦਾ, ਦੂਜੇ ਨੂੰ ਇਹ ਨੀਵਾਂ ਵੇਖਣਾ ਸ਼ੁਰੂ ਕਰ ਦਿੰਦਾ। ਔਰ ਕਈ ਵਾਰੀ ਮੈਂ ਸੋਚਦਾ ਹੁੰਦਾ ਸਾਧ ਸੰਗਤ ਇਸ ਤੋਂ ਚੰਗਾ ਨਾ ਇੱਕ ਬਚਪਨ ਦੀ ਜ਼ਿੰਦਗੀ ਬੜੀ ਵਧੀਆ ਸੀ, ਸਿਆਣਪ ਤੇ ਨਹੀਂ ਸੀ ਪਰ ਚਿਹਰੇ ਤੇ ਖੁਸ਼ੀ ਹੁੰਦੀ ਸੀ। ਇੱਕ ਬੱਚੇ ਨੂੰ ਵੇਖਿਓ ਸਿਆਣਪ ਨਹੀਂ ਹੈ ਉਹਦੇ ਕੋਲ, ਤਾਂ ਹੀ ਉਹ ਖੁਸ਼ ਹੈ। ਉਹਨੂੰ ਵਿਸ਼ਵਾਸ ਹੈ ਘੱਟੋ ਘੱਟ ਆਪਣੀ ਮਾਂ ਤੇ ਆਪਣੇ ਪਿਤਾ ਤੇ ਵੀ ਮੈਨੂੰ ਰੋਟੀ ਦੇਣ ਵਾਲੇ ਇਹ ਹੈਗੇ ਨੇ, ਕਦੀ ਚਿੰਤਾ ਹੈ ਹੀ ਨਹੀਂ ਉਹਦੇ ਚਿਹਰੇ ਤੇ। ਇੱਕ ਬੱਚੇ ਨੂੰ ਜਿਵੇਂ ਆਪਣੀ ਮਾਂ ਤੇ ਵਿਸ਼ਵਾਸ ਹੁੰਦਾ ਹੈ ਛੋਟੇ ਹੁੰਦਿਆਂ, ਜੇ ਇੱਕ ਮਨੁੱਖ ਨੂੰ ਐਵੇਂ ਪਰਮਾਤਮਾ ਤੇ ਵਿਸ਼ਵਾਸ ਹੋ ਜਾਏ, ਚਿੰਤਾ ਇਹਨੂੰ ਵੀ ਨਹੀਂ ਰਹਿਣੀ। ਇਹਦੀ ਚਿੰਤਾ ਦਾ ਕਾਰਨ ਇਹ ਹੈ, ਇਹ ਸੋਚਦਾ ਮੈਂ ਕੁਝ ਕਰਨਾ ਹੈ, ਇਹਨੇ ਕੁਛ ਨਹੀਂ ਕਰਨਾ। ਕਰਾਉਣ ਵਾਲਾ ਕੋਈ ਹੋਰ ਹੈ, ਕਰਨ ਕਾਰਨ ਪ੍ਰਭ ਇੱਕ ਹੈ, ਦੂਸਰ ਨਹੀਂ ਕੋਈ। ਕਰਾਉਣ ਵਾਲਾ ਕੋਈ ਹੋਰ ਹੈ, ਕਿਤੇ ਉਹਦੇ ਤੇ ਵਿਸ਼ਵਾਸ ਜਾ ਕੇ ਹਿਰਦੈ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ, ਭੈ ਤੇ ਨਿਰਭਉ ਹੋਏ ਬਸਨਾ। ਇੱਕਦਮ ਡਰਾਂ ਤੋਂ ਬਾਹਰ ਆ ਜਾਏਗਾ। ਅੱਜ ਜਿਹੜਾ ਚਿਹਰਾ ਮੁਰਝਾਇਆ ਰਹਿੰਦਾ ਹੈ, ਖਿਲਿਆ ਹੋ ਜਾਏਗਾ। ਅੱਜ ਜਿਹੜੀਆਂ ਅੱਖਾਂ ਦੇ ਵਿੱਚ ਚਿੰਤਾ ਰਹਿੰਦੀ ਹੈ, ਚਿੰਤਾ ਦੇ ਨਿਸ਼ਾਨ ਰਹਿੰਦੇ ਨੇ, ਖਿਲ ਜਾਏਗਾ। ਸਿਰਫ ਗੱਲ ਤੇ ਇੰਨੀ ਹੈ ਵਿਸ਼ਵਾਸ ਦੀ, ਜਾ ਕੇ ਹਿਰਦੈ ਵਿਸ਼ਵਾਸ ਪ੍ਰਭ ਆਇਆ। ਮਨੁੱਖ ਨੂੰ ਆਪਣੇ ਸਕੇ ਸੰਬੰਧੀਆਂ ਤੇ ਵਿਸ਼ਵਾਸ ਹੈ, ਆਪਣੇ ਨਾਨਕਿਆਂ ਦੇ ਦਾਦਕਿਆਂ ਦੇ ਪਦਾਰਥਾਂ ਤੇ ਵਿਸ਼ਵਾਸ ਹੈ। ਪਰਮਾਤਮਾ ਤੇ ਵਿਸ਼ਵਾਸ ਬਹੁਤ ਲੇਟ ਆਉਂਦਾ ਹੈ, ਕਦੇ ਕਦੇ ਆਉਂਦਾ ਹੈ, ਕਿਸੇ ਕਿਸੇ ਨੂੰ ਆਉਂਦਾ ਹੈ। ਔਰ ਜਿਨ੍ਹਾਂ ਨੂੰ ਆ ਜਾਂਦਾ ਹੈ ਉਹ ਇਹ ਗੱਲ ਕਹਿ ਦਿੰਦੇ ਨੇ, ਉਹ ਹਰ ਸਮਾਨ ਨਹੀਂ ਰਾਜਾ, ਇਹ ਰਾਜੇ ਸਭ ਦਿਵਸ ਚਾਰ ਕੇ। ਉਹ ਮੰਤਰੀਆਂ ਦੇ ਚੱਕਰ ਕੱਟਣੇ ਬੰਦ ਕਰ ਦਿੰਦੇ ਨੇ, ਉਹ ਦੁਨੀਆ ਦੀ ਪਰਿਕਰਮਾ ਬੰਦ ਕਰ ਦਿੰਦੇ ਨੇ, ਦੁਨੀਆ ਦੀ ਚਾਪਲੂਸੀ ਬੰਦ ਕਰ ਦਿੰਦੇ ਨੇ, ਜਿਨ੍ਹਾਂ ਨੂੰ ਰੱਬ ਦੇ ਉੱਤੇ ਵਿਸ਼ਵਾਸ ਆ ਗਿਆ। ਸੁਕਰਾਤ ਕਹਿੰਦਾ ਹੈ, ਬੜਾ ਪਰੇਸ਼ਾਨ ਹੋਇਆ, ਇੱਕ ਦਿਨ ਸਮੁੰਦਰ ਦੇ ਕੰਢੇ ਗਿਆ ਤੇ ਇੱਕ ਬਾਟਾ ਚੁੱਕੀ ਫਿਰਦਾ ਹੈ, ਪਰੇਸ਼ਾਨੀ ਬੱਟਾ ਉਹਨੇ ਹੱਥ ਵਿੱਚ ਫੜਿਆ। ਉਹ ਤੇ ਬੱਚਾ ਨਿਕਲਦਾ, ਬੱਚਾ ਪੁੱਛਦਾ ਹੈ ਤੂੰ ਇੰਨਾ ਪਰੇਸ਼ਾਨ ਕਿਉਂ ਹੈ? ਕਹਿੰਦਾ ਹੈ ਮੈਂ ਪਰੇਸ਼ਾਨ ਤਾਂ ਆ, ਸਮੁੰਦਰ ਨੂੰ ਬਾਟੇ ਵਿੱਚ ਲਿਆਉਣਾ ਚਾਹੁੰਦਾ। ਕਹਿੰਦਾ ਸੱਜਣਾ, ਸਮੁੰਦਰ ਤੇ ਬਾਟੇ ਵਿੱਚ ਨਹੀਂ ਆ ਸਕਦਾ। ਕਹਿੰਦੇ ਫਿਰ ਮੈਂ ਕੀ ਕਰਾਂ? ਕਹਿੰਦੇ ਤੂੰ ਬਾਟਾ ਬਣ ਕੇ ਉਹਦੇ ਵਿੱਚ ਡਿੱਗ ਜਾ, ਤੂੰ ਹੀ ਉਹਦੇ ਵਿੱਚ ਮਿਲ ਜਾ, ਉਹ ਤੇਰੇ ਵਿੱਚ ਨਹੀਂ ਆ ਸਕਦਾ। ਮਨੁੱਖ ਸੋਚ ਸੋਚ ਕੇ ਸਮਝ ਕੇ ਸਿਰਫ ਇਹ ਸਮਝੇਗਾ ਮੈਂ ਨਾ ਸਮਝਾਂ। ਜਿਸ ਦਿਨ ਆਪਣੇ ਆਪ ਨੂੰ ਗਵਾ ਲਿਆ ਜਾਏਗਾ, ਪਰਮਾਤਮਾ ਨੂੰ ਪਾਉਣਾ ਕੀ ਹੈ? ਉਹ ਤੇ ਸਾਹਮਣੇ ਹੀ ਹੈ, ਆਪਣੇ ਆਪ ਨੂੰ ਗਵਾਉਣਾ ਹੈ। ਬਸ ਆਪਣੇ ਆਪ ਨੂੰ ਭੁਲਾਉਣਾ ਹੈ, ਆਪਣੀ ਇਮੇਜ ਨੂੰ ਭੁਲਾਉਣਾ ਹੈ। ਜੋ ਕੁਝ ਮੈਂ ਹਾਂ ਉਹ ਮੈਂ ਨਹੀਂ ਹੈ, ਬਸ ਇੰਨਾ ਗਵਾਉਣਾ ਹੈ। ਆਪਣੇ ਆਪ ਨੂੰ ਭੁਲਾ ਲਓ, ਅੱਜ ਪਰਮਾਤਮਾ ਹੀ ਹਾਂ ਅਸੀਂ, ਸਾਡੇ ਅੰਦਰ ਹੀ ਹੈ ਉਹ। ਆਪਣੇ ਹੰਕਾਰ ਨੂੰ, ਆਪਣੇ ਕਰਤਾਪਣ ਨੂੰ ਭੁਲਾਉਣਾ ਹੈ। ਸਿਰਫ ਇਹ ਛੱਡਣਾ ਹੈ ਮੈਂ ਕੁਛ ਨਹੀਂ ਹਾਂ, ਬਸ ਇੰਨੀ ਗੱਲ। ਮੇਰੀ ਕੋਈ ਮਤ ਨਹੀਂ ਹੈ, ਮੈਂ ਕੋਈ ਬੁੱਧੀ ਦਾ ਮਾਲਕ ਨਹੀਂ ਹਾਂ। ਮਨੁੱਖ ਨੂੰ ਸਭ ਤੋਂ ਜ਼ਿਆਦਾ ਜੇ ਪਿਆਰ ਹੈ ਨਾ, ਆਪਣੀ ਸਮਝ ਨਾਲ ਹੈ ਸਭ ਤੋਂ ਜ਼ਿਆਦਾ। ਤਾਂ ਹੀ ਤੇ ਚਾਰ ਬੰਦੇ ਬੈਠੇ ਹੋਣ, ਚਾਰ ਬੀਬੀਆਂ ਬੈਠੇ ਹੋਣ, ਹਰੇਕ ਮਨੁੱਖ ਇੱਕ ਹੀ ਗੱਲ ਕਹਿੰਦਾ ਹੈ, ਮੇਰੀ ਸੁਣੋ, ਮੈਨੂੰ ਪਤਾ ਹੈ। ਸਭ ਤੋਂ ਜ਼ਿਆਦਾ ਜੇ ਪਿਆਰ ਹੈ ਨਾ ਮਨੁੱਖ ਨੂੰ, ਆਪਣੀ ਬੁੱਧੀ ਨਾਲ ਹੈ, ਆਪਣੀ ਸਮਝ ਨਾਲ ਹੈ। ਬਾਕੀ ਪਿਆਰ ਲੇਟ ਨੇ। ਤਾਂ ਹੀ ਕਰਕੇ ਇਹਦਾ ਪਰਿਵਾਰ ਵਿੱਚ ਵੀ ਲੜਾਈ ਵੱਜ ਜਾਂਦੀ ਹੈ, ਆਪਣੇ ਘਰਦਿਆਂ ਨਾਲ ਵੱਜ ਜਾਂਦੀ ਹੈ, ਸਿਰਫ ਵਿਚਾਰਾਂ ਪਿੱਛੇ। ਦੂਜਾ ਕਹਿੰਦਾ ਮੇਰਾ ਵਿਚਾਰ ਮੰਨੋ, ਮੈਂ ਜ਼ਿਆਦਾ ਸਮਝਦਾਰ ਹਾਂ। ਇੱਕ ਇਸਤਰੀ ਤੇ ਇੱਕ ਪੁਰਸ਼ ਵਿੱਚ ਇਹ ਤਾਂ ਹੀ ਲੜਾਈ ਵੱਜਦੀ ਹੈ। ਉਹ ਕਹਿੰਦੇ ਮੇਰੀ ਮੰਨੀ ਜਾਏ, ਕਹਿੰਦਾ ਮੇਰਾ। ਉਹ ਅਸਲ ਦੇ ਵਿੱਚ ਇਹ ਸਮਝਾਉਣਾ ਚਾਹੁੰਦੇ ਨੇ, ਉਹ ਕਹਿੰਦਾ ਮੈਂ ਸਮਝਦਾਰ ਹਾਂ। ਜੇ ਮਨੁੱਖ ਨੀਵਾਂ ਹੋ ਜਾਏ, ਮਹਾਰਾਜ ਬਾਣੀ 'ਚ ਕਹਿੰਦੇ ਨੇ ਮਾਣ ਹੁੰਦੇ ਹੋਏ ਨਿਮਾਣਾ, ਤਾਣ ਹੁੰਦੇ ਹੋਏ ਨਿਤਾਣਾ। ਔਰ ਭਗਤ ਦੀ ਤੇ ਨਿਸ਼ਾਨੀ ਇਹ ਹੈ, ਬਹੁਤੀ ਬੁੱਧੀ ਦਾ ਮਾਲਕ ਹੁੰਦਿਆਂ ਵੀ ਨਿਤਾਣਾ ਰਹੇ। ਹੁਣ ਇੱਥੇ ਜਿਹੜਾ ਮਾਈ ਦਾਸ ਹੈ, ਇਹਦੀ ਜ਼ਿੰਦਗੀ ਦੇ ਵਿੱਚ ਇਹ ਇਹੀ ਕਹਿੰਦਾ ਹੈ, ਕਹਿੰਦਾ ਪ੍ਰਭੂ ਜੀ ਤੁਹਾਡੀ ਮੈਂ ਸੁੰਦਰਤਾ ਤੇ ਕਹੀ ਹੈ, ਤੁਹਾਡੀ ਸ਼ਕਤੀ ਬਾਰੇ ਤੇ ਦੱਸਿਆ, ਪਰ ਬਹੁਤ ਘੱਟ ਦੱਸਿਆ।
ਮੇਰੀ ਇੰਨੀ ਮਹਾਰਾਜ ਕਹਿੰਦੇ ਨੇ ਹੋਰ ਕੇਤੇ ਤੁਧਨੋ ਗਾਵਨ ਸੇ ਮੈਂ ਚਿਤਨਾ ਆਵਨ ਨਾਨਕ ਕਿਆ ਵਿਚਾਰੇ। ਇਹ ਪਰਮਾਤਮਾ ਹੋਰ ਤੈਨੂੰ ਕਿੰਨੇ ਕੁ ਗਾ ਰਹੇ ਨੇ, ਮੇਰੇ ਚੇਤੇ ਵਿੱਚ ਨਹੀਂ ਆ ਰਹੇ। ਗਾ ਤੇ ਤੈਨੂੰ ਬੜੀ ਹੋਰ ਵੀ ਦੁਨੀਆ ਰਹੀ ਹੈ। ਔਰ ਮਹਾਰਾਜ ਨੇ ਇਸ ਪੰਕਤੀ ਦੇ ਵਿੱਚ ਪਤਾ ਨਹੀਂ ਕਿੰਨਿਆਂ ਕੁ ਲੋਕਾਂ ਦੇ ਨਾਂ ਲੈ ਛੱਡੇ। ਗਾਵਨ ਤੁਧਨੋ ਈਸ਼ਰ ਬ੍ਰਹਮਾ ਦੇਵੀ ਕਿੰਨਿਆਂ। ਔਰ ਅੰਤ ਵਿੱਚ ਕੀ ਕਿਹਾ, ਹੋਰ ਕਿਤੇ ਤੁਧਨੋ ਗਾਨ। ਅਸਮਰਥਤਾ ਦਰਸਾ ਦਿੱਤੀ, ਮੈਂ ਸਮਰਥ ਨਹੀਂ ਹਾਂ ਪਰਮਾਤਮਾ ਤੇਰੇ ਬਾਰੇ ਦੱਸਣ ਦੇ। ਹੋਰ ਕਿਤੇ ਤੁਧਨੋ ਗਾਵਨ ਸੇ ਮੈਂ ਚਿਤ ਨਾ ਆਵਨ, ਮੇਰੇ ਚੇਤੇ ਵਿੱਚ ਨਹੀਂ ਆ ਰਹੇ। ਇਸ ਕਰਕੇ ਇੰਨੀ ਗੱਲ ਜਿਹੜਾ ਮਾਈ ਦਾਸ ਹੈ ਇਹ ਗੁਰੂ ਸਾਹਿਬ ਜੀ ਦੇ ਸਾਹਮਣੇ ਕਰ ਰਿਹਾ ਹੈ। ਕੋਟ ਕਾਮ ਸਸ ਸੂਰ ਕੀ ਮਮਤਾ ਨਾਹਿ ਤਾਉ ਨ। हे ਵਾਹਿਗੁਰੂ ਜੀ, हे ਗੁਰੂ ਅਮਰਦਾਸ ਜੀ, ਕਰੋੜਾਂ ਸੂਰਜ ਤੇਰੇ ਚਿਹਰੇ ਦੀ ਬਰਾਬਰੀ ਨਹੀਂ ਕਰ ਸਕਦੇ। ਕਰੋੜਾਂ ਕਾਮ ਦੇਵਤਾ ਜਿਹੜੇ ਬੜੇ ਸੁੰਦਰ ਨੇ, ਤੇਰੇ ਰੂਪ ਦੀ ਬਰਾਬਰੀ ਉਹਨਾਂ ਦੇ ਕੋਲ ਨਹੀਂ ਹੈ। ਮਾਈ ਦਾਸ ਵੈਸ਼ਨੋ ਦੇਖ ਤਨ ਮਨ ਕੀ ਸੁਧ ਰਹੀ ਨ ਸ਼ੇਖ। ਜਦੋਂ ਮਾਈ ਦਾਸ ਨੇ ਐਸਾ ਰੂਪ ਵੇਖਿਆ ਮਹਾਰਾਜ ਦਾ, ਕ੍ਰਿਸ਼ਨ ਜੀ ਦੇ ਰੂਪ, ਇੰਨਾ ਸੁੰਦਰ ਰੂਪ ਵੇਖਿਆ, ਉਹਨੂੰ ਤਨ ਤੇ ਮਨ ਦੀ ਜਿਹੜੀ ਸੋਧੀ ਹੈ ਉਹ ਭੁੱਲ ਗਈ ਹੈ। ਹੇਰ ਸਰੂਪ ਮਸਤ ਹੋਏ ਰਹਿਓ ਕੋ ਬਿਦ ਮੁਖ ਤੇ ਜਾਤ ਨ ਕਹਿਓ। ਉਹਦਾ ਸਰੂਪ ਵੇਖ ਕੇ ਇਹ ਮਸਤ ਹੋ ਗਿਆ, ਕੋਈ ਵੀ ਚੀਜ਼ ਕਹੀ ਨਹੀਂ ਜਾ ਰਹੀ। ਪਰ ਸਾਧ ਸੰਗਤ, ਜਦੋਂ ਮਨੁੱਖ ਪਰਮੇਸ਼ਰ ਦੇ ਕੋਲ ਲੱਗ ਜਾਂਦਾ ਹੈ ਨਾ, ਉਹ ਇਸੇ ਹੀ ਅਵਸਥਾ ਤੇ ਅਪੜ ਜਾਂਦਾ ਹੈ। ਮਹਾਰਾਜ ਬਾਣੀ ਦੇ ਵਿੱਚ ਕਹਿੰਦੇ ਨੇ, ਜਦੋਂ ਇਸ ਅਵਸਥਾ ਤੇ ਅਪੜ ਜਾਏ ਉਹ ਇਹ ਗੱਲ ਕਹਿ ਦਿੰਦਾ ਹੈ, ਮੇਰੇ ਵੱਸ ਦੀ ਗੱਲ ਨਹੀਂ ਰਹੀ। ਹੁਣ ਉਹਨੂੰ ਕੀ ਕਿਹਾ, ਭਾਵੋਂ ਤੇ ਪਿੰਗਲ ਪਿਆ ਮਾਰਿਆ ਸਤਿਗੁਰੂ ਬਾਣ। ਹੁਣ ਤੇ ਚੱਲਿਆ ਵੀ ਨਹੀਂ ਜਾਂਦਾ, ਸੁਰਤ ਚੱਲਦੀ ਵੀ ਨਹੀਂ। ਉਹ ਕਿੱਡਾ ਵੱਡਾ ਹੈ, ਰਹਿਣ ਨਜ਼ਦੀਕ ਖੁਦਾਏ ਦੇ ਭੇਦ ਨਾ ਕਾਹੂ ਦੇਣ। ਰੱਬ ਦੇ ਨੇੜੇ ਹੁੰਦਿਆਂ ਵੀ ਕਿਸੇ ਨੂੰ ਭੇਦ ਨਹੀਂ ਦਿੰਦੇ, ਕਿਹਾ ਹੀ ਨਹੀਂ ਜਾ ਸਕਦਾ। ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ। ਜੇ ਕੋਈ ਪਰਮਾਤਮਾ ਬਾਰੇ ਕਹਿਣਾ ਚਾਹੇ, ਜਿਵੇਂ ਗੂੰਗੇ ਨੇ ਗੁੜ ਖਾ ਲਿਆ ਹੋਏ, ਹੁਣ ਗੂੰਗੇ ਨੂੰ ਪੁੱਛੋ ਸਵਾਦ ਕੈਸਾ ਹੈ, ਨਹੀਂ ਦੱਸ ਪਾਏ, ਗੂੰਗਾ ਹੈ। ਕਹਿੰਦੇ ਨੇ ਕੋਈ ਮਨੁੱਖ ਇੱਕ ਸਾਧੂ ਨੂੰ ਪੁੱਛਦਾ ਹੈ, ਕਹਿੰਦੇ ਪਰਮਾਤਮਾ ਕਿੱਡਾ ਕੁ ਵੱਡਾ ਹੈ। ਉਹ ਅੰਦਰ ਨਦੀ ਦੇ ਵਿੱਚ ਗਿਆ, ਕਹਿੰਦੇ ਆ ਨਦੀ ਦੇ ਵਿੱਚ ਵੜ ਗਿਆ। ਥੋੜਾ ਜਿਹਾ ਅੱਗੇ ਗਿਆ, ਗੋਡਿਆਂ ਤੇ ਹੀ ਪਾਣੀ, ਕਹਿੰਦਾ ਕਿੰਨਾ ਕੁ ਪਾਣੀ ਹੈ, ਕਹਿੰਦੇ ਗੋਡਿਆਂ ਤੇ ਹੀ ਹੈ। ਥੋੜਾ ਜਿਹਾ ਹੋਰ, ਕਹਿੰਦੇ ਅੱਗੇ ਚੱਲ, ਅੱਗੇ ਆ, ਕਹਿੰਦੇ ਲੱਕ ਤੇ ਹੀ ਆ ਗਿਆ। ਇਹ ਥੋੜਾ ਹੋਰ ਅੱਗੇ ਚੱਲ, ਅੱਗੇ ਕਹਿੰਦੇ ਮੋਢਿਆਂ ਤੇ ਹੀ ਆ ਗਿਆ, ਕਹਿੰਦੇ ਹੋਰ ਅੱਗੇ ਚੱਲ, ਡੋਬੀ ਗਿਆ ਥੱਲੇ। ਤੈਰ ਕੇ ਬਾਹਰ ਆਇਆ, ਕਹਿੰਦੇ ਹੁਣ ਕਿਉਂ ਨਹੀਂ ਦੱਸਿਆ, ਕਹਿੰਦੇ ਹੁਣ ਤੇ ਡੋਬੀ ਗਿਆ, ਹੁਣ ਦੱਸਿਆ ਨਹੀਂ ਜਾਂਦਾ। ਜਦੋਂ ਅੰਦਰ ਹੀ ਚਲਾ ਗਿਆ ਫਿਰ ਨਹੀਂ ਦੱਸਿਆ ਜਾਂਦਾ। ਜਦੋਂ ਮਨੁੱਖ ਉਹਦੇ ਵਿੱਚ ਲੀਨ ਹੋ ਜਾਂਦਾ ਹੈ ਫਿਰ ਦੱਸਣ ਜੋਗਾ ਰਹਿੰਦਾ ਹੀ ਨਹੀਂ, ਦੱਸੇ ਕੀ। ਮਹਾਰਾਜ ਬਾਣੀ ਦੇ ਵਿੱਚ ਕਹਿੰਦੇ ਨੇ, ਜੇ ਹੋਂ ਜਾਣਾ ਆਖਾ ਨਹੀਂ। ਜੇ ਮੈਂ ਜਾਣ ਵੀ ਲਵਾਂ ਨਾ ਉਹਨੂੰ, ਕਹਿਣਾ ਨਹੀਂ। ਮਹਾਰਾਜ ਕਹਿ ਦਿਓ, ਕਹਿੰਦੇ ਕਿਉਂ ਨਹੀਂ। ਜੇ ਹੋਂ ਜਾਣਾ ਆਖਾ ਨਹੀਂ, ਕਹਿਣਾ ਕਥਨ ਨਾ ਜਾਈ। ਉਹ ਕਥਨਾਂ ਦੇ ਦੁਆਰਾ ਕਿਹਾ ਹੀ ਨਹੀਂ ਜਾਂਦਾ। ਅੰਤ 'ਚ ਕਹਿੰਦੇ ਨੇ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। हे ਗੁਰੂ, ਮੇਰੇ ਤੇ ਸਿਰਫ ਇੱਕ ਕਿਰਪਾ ਕਰੀ। ਕਿਹਾ ਤੇ ਤੇਰੇ ਬਾਰੇ ਨਹੀਂ ਜਾ ਸਕਦਾ, ਪਰ ਮੈਨੂੰ ਇਹ ਬੁਝਾ ਦੇਈਂ ਜਿਹੜਾ ਸਾਰਿਆਂ ਜੀਵਾਂ ਦਾ ਦਾਤਾ ਹੈ, ਕਿਤੇ ਮੈਨੂੰ ਉਹ ਭੁੱਲ ਨਾ ਜਾਏ, ਕਿਤੇ ਉਹ ਮੈਨੂੰ ਵਿਸਰ ਨਾ ਜਾਏ। ਮੁੰਦਰਿਤ ਕਰੇ ਬਿਲੋਚਨ ਜਬੈ, ਅੰਤਰ ਟਿਕਿਓ ਰੂਪ ਸੋ ਤਬੈ। ਮਾਈ ਦਾਸ ਨੇ ਜਿਵੇਂ ਹੀ ਅੱਖਾਂ ਬੰਦ ਕੀਤੀਆਂ, ਅੱਖਾਂ ਬੰਦ ਕਰਦਿਆਂ ਹੀ ਉਸ ਰੂਪ ਦੇ ਦਰਸ਼ਨ ਕਰ ਰਿਹਾ ਹੈ। ਕਿਤਿਕ ਬਾਰ ਨੈਣ ਉਗਾਰੇ, ਔਰ ਮੈਂ ਮੂਰਤ ਫਿਰਿਓ ਨਿਹਾਰੇ। ਬੜੀ ਦੇਰ ਉਹਨੇ ਅੱਖਾਂ ਬੰਦ ਰੱਖੀਆਂ, ਹਿਰਦੇ ਦੇ ਵਿੱਚ ਸਿਰਫ ਤੇ ਸਿਰਫ ਉਸੇ ਰੂਪ ਦੀ ਮੂਰਤ ਲੈ ਕੇ ਬੈਠ ਗਿਆ ਹੈ। ਬਹੁਰ ਬਿਲੋਚਨ ਖੋਲੇ ਜਬੈ,
ਵੇਖ ਸ੍ਰੀ ਅਮਰ ਰੂਪ ਨਰ ਤਬੈ। ਜਦੋਂ ਉਹਨੇ ਫਿਰ ਅੱਖਾਂ ਖੋਲੀਆਂ, ਸਾਹਮਣੇ ਗੁਰੂ ਅਮਰਦਾਸ ਜੀ ਬੈਠੇ ਨੇ। ਹੁਣ ਉਹ ਵਾਲਾ ਰੂਪ ਨਹੀਂ ਵਿਖ ਰਿਹਾ, ਗੁਰੂ ਅਮਰਦਾਸ ਜੀ ਦਾ ਨਰ ਰੂਪ ਵਿਖ ਰਿਹਾ ਹੈ। ਸਤਿਗੁਰ ਨੇ ਨਿਜ ਰੂਪ ਬਨਾਇਓ, ਬਾਂਛਤ ਚਿਤ ਸੋ ਤਿਸੈ ਦਿਖਾਇਓ। ਮਹਾਰਾਜ ਜੀ ਨੇ ਫਿਰ ਆਪਣਾ ਉਹੀ ਰੂਪ ਬਣਾ ਲਿਆ, ਜਿਹੜਾ ਰੂਪ ਮਾਈ ਦਾਸ ਵੇਖਣਾ ਚਾਹੁੰਦਾ ਸੀ, ਉਸੇ ਰੂਪ ਵਿੱਚ ਉਹਨੂੰ ਦਰਸ਼ਨ ਕਰਾ ਦਿੱਤੇ ਹਨ। ਨਿਕਟ ਕਾਰਿਓ ਮਾਈ ਦਾਸ, ਆਵੋ ਭਗਤ ਬੈਠੇ ਪਾਸ। ਮਹਾਰਾਜ ਨੇ ਫਿਰ ਮਾਈ ਦਾਸ ਨੂੰ ਕੋਲ ਬੁਲਾਇਆ, ਕਹਿੰਦੇ ਹੇ ਭਗਤ ਤੂੰ ਮੇਰੇ ਕੋਲ ਆ, ਮੇਰੇ ਪਾਸ ਬੈਠ ਜਾ। ਸੁਨਤ ਬੈਨ ਚਰਨਨ ਪਰ ਭਰਿਓ, ਸ੍ਰੀ ਗੁਰ ਨਿਜ ਕਰ ਮਸਤਕ ਧਰਿਓ। ਆ ਕੇ ਜਦੋਂ ਨੇੜੇ ਆਇਆ, ਮਹਾਰਾਜ ਜੀ ਦੇ ਚਰਨਾਂ ਵਿੱਚ ਪੈ ਗਿਆ। ਸੱਚੇ ਪਾਤਸ਼ਾਹ ਨੇ ਹੱਥਾਂ ਨਾਲ ਉਹਨੂੰ ਉੱਤੇ ਫੜਿਆ ਅਤੇ ਉਹਦੇ ਮੱਥੇ ਦੇ ਉੱਤੇ ਹੱਥ ਰੱਖਿਆ ਹੈ। ਰੁਚਿਰ ਪ੍ਰਸ਼ੰਸਾ ਕਰਿਬੇ ਲਾਗਿਓ, ਗੁਰ ਕਿਰਪਾਲ ਕੇ ਪਾਗੇ ਅਨੁਰਾਗਿਓ। ਬੜੀ ਉੱਤਮ ਅੜੇ ਬੜੀ ਸੁੰਦਰ ਪ੍ਰਸ਼ੰਸਾ ਕਰਨ ਲੱਗਿਆ। ਗੁਰੂ ਜੀ ਦੇ ਚਰਨਾਂ ਵਿੱਚ ਪ੍ਰੇਮ ਉਸ ਨੂੰ ਪੈ ਗਿਆ ਹੈ। ਧੰਨ ਧੰਨ ਸਤਿਗੁਰ ਗਤ ਦਾਨੀ, ਕਲ ਮੈਂ ਕਰੋ ਉਦਾਰਨ ਪ੍ਰਾਨੀ। ਹੇ ਗੁਰੂ ਮਹਾਰਾਜ, ਧੰਨ ਧੰਨ ਹੋ ਤੁਸੀਂ, ਗਤੀ ਦੇਣ ਵਾਲੇ ਹੋ, ਦੁਨੀਆ ਨੂੰ ਮੁਕਤੀ ਦੇਣ ਵਾਲੇ ਹੋ, ਚਾਰ ਪਦਾਰਥ ਦੇਣ ਵਾਲੇ ਹੋ, ਸਾਰੇ ਪ੍ਰਾਣੀਆਂ ਦੀ ਮੁਕਤੀ ਕਰਨ ਵਾਲੇ। ਵੇਖੋ ਇਹ ਉਦੋਂ ਦੀ ਗੱਲ ਹੈ ਜਦੋਂ ਉਹਨੂੰ ਇਹ ਪਤਾ ਲੱਗ ਗਿਆ। ਔਰ ਕਈ ਵਾਰੀ ਅਸੀਂ ਇਹ ਗੱਲ ਕਹਿੰਦੇ ਹਾਂ ਸਾਧ ਸੰਗਤ, ਜਦੋਂ ਤਾਈਂ ਮਨੁੱਖ ਨੂੰ ਪਰਮੇਸ਼ਰ ਦਾ ਨਹੀਂ ਨਾ ਪਤਾ ਲੱਗਿਆ, ਜਿਸ ਦਿਨ ਉਹਨੂੰ ਥੋੜਾ ਜਿਹਾ ਵੀ ਇਸ ਨੂੰ ਮਾੜਾ ਜਿਹਾ ਵੀ ਕਿਤੇ ਅਨੁਭਵ ਹੋ ਗਿਆ, ਫਿਰ ਇਹ ਸੌ ਨਹੀਂ ਸਕੇਗਾ। ਗਾਫਲ ਤਾਈਂ ਉਦੋਂ ਤਾਈਂ ਹੈ ਜਦੋਂ ਤਾਈਂ ਪਤਾ ਨਹੀਂ ਉਹਦੇ ਬਾਰੇ। ਮੈਂ ਤਾਂ ਕਈ ਵਾਰੀ ਇਹ ਆਪ ਜੀ ਦੇ ਸਾਹਮਣੇ ਬੇਨਤੀ ਕੀਤੀ ਹੈ, ਜਿਸ ਦਿਨ ਆਪਣੇ ਅੰਤ ਵਿਖ ਗਿਆ, ਉਸ ਦਿਨ ਫਿਰ ਰਾਤੀ ਨੀਂਦਰ ਨਹੀਂ ਆਉਂਦੀ। ਜਿਸ ਦਿਨ ਮਨੁੱਖ ਨੂੰ ਅੰਤ ਪਤਾ ਲੱਗ ਜਾਏ, ਹਜੇ ਇਹਨੂੰ ਅੰਤ ਨਹੀਂ ਮਹਿਸੂਸ ਹੋ ਰਿਹਾ, ਅਜੇ ਇਹਨੂੰ ਇਵੇਂ ਲੱਗਦਾ ਸਦਾ ਐਵੇਂ ਹੀ ਰਹਿਣਾ ਹੈ, ਐਵੇਂ ਹੀ ਦਿਨ ਚੜ੍ਹੇਗਾ, ਐਵੇਂ ਹੀ ਰਾਤ ਹੋਏਗੀ, ਐਵੇਂ ਲੱਗਦਾ ਇਹਨੂੰ। ਇਸ ਕਰਕੇ ਇਹਨੂੰ ਸਰੀਰ ਦੀ ਵੈਲਿਊ ਵੀ ਨਹੀਂ ਪਤਾ। ਇਹ ਸਰੀਰ ਦੀ ਕਿੰਨੀ ਕੁ ਵੈਲਿਊ ਹੈ ਇਹਨੂੰ ਨਹੀਂ ਪਤਾ। ਕਿਉਂ? ਹਜੇ ਸਰੀਰ ਯਾਦ ਹੀ ਨਹੀਂ। ਇਹ ਸਰੀਰ ਦੀ ਕਿੰਨੀ ਕੁ ਮਹਾਨਤਾ ਹੈ ਹਜੇ ਨਹੀਂ ਪਤਾ। ਸਵੇਰੇ ਵੀ ਅਸੀਂ ਕਥਾ ਵਿੱਚ ਇਹ ਸਾਖੀ ਅਨੁਭਵ ਕਰਾ ਰਹੇ ਸੀ। ਇੱਕ ਲੱਕੜਹਾਰਾ ਜੰਗਲ ਦੇ ਵਿੱਚ ਰੋਜ਼ ਫਿਰਦਾ, 70-80 ਸਾਲ ਦਾ ਹੋ ਗਿਆ, ਤੇ ਰੋਜ਼ ਮੌਤ ਅੱਗੇ ਬੇਨਤੀ ਕਰਦਾ, ਹੈ ਮੌਤ ਤੂੰ ਜਵਾਨਾਂ ਨੂੰ ਲੈ ਕੇ ਜਾਂਦੀ ਹੈ, ਮੈਨੂੰ ਕਿਉਂ ਨਹੀਂ ਲੈ ਕੇ ਜਾਂਦੀ? ਰੋਜ਼ ਮੌਤ ਨੂੰ ਕਹਿੰਦਾ। ਕਹਿੰਦੇ ਇੱਕ ਦਿਨ ਮੌਤ ਕਿਤੇ ਕੋਲੋਂ ਹੀ ਲੰਘ ਰਹੀ ਸੀ, ਸਾਹਮਣੇ ਆ ਕੇ ਖਲੋ ਗਈ। ਕਹਿੰਦੇ ਬੋਲ ਭਾਈ, ਮੈਨੂੰ ਹੀ ਯਾਦ ਕੀਤਾ ਤੂੰ? ਕਹਿੰਦੇ ਕੌਣ ਹੈ ਤੂੰ? ਕਹਿੰਦੇ ਮੌਤ। ਨਹੀਂ, ਮੈਂ ਕੋ ਨਹੀਂ ਯਾਦ ਕੀਤਾ। ਕਹਿੰਦੇ ਮੈਨੂੰ ਹੀ ਯਾਦ ਕੀਤਾ ਤੂੰ? ਮੈਂ ਤੇਰੇ ਸਾਹਮਣੇ ਖਲੋ ਗਈ, ਆ ਕੇ ਬੋਲ, ਤੈਨੂੰ ਮੇਰੇ ਨਾਲ ਕੀ ਕੰਮ ਹੈ? ਕਹਿੰਦੇ ਕੁਛ ਨਹੀਂ, ਮੈਂ ਤੇ ਮੇਰੀ ਪੰਡ ਪਈ ਸੀ ਲੱਕੜਾਂ ਦੀ, ਮੈਂ ਸੋਚਿਆ ਕੋਈ ਖਵਾ ਦੇ ਮੈਨੂੰ ਆ ਕੇ। ਨਾਲੋਂ ਨਾਲ ਸਰੀਰ ਦੀ ਕਦਰ, ਜਦੋਂ ਆਪਣਾ ਅੰਤ ਪਤਾ ਲੱਗਦਾ ਹੈ, ਉਦੋਂ ਇਹਨਾਂ ਸਵਾਸਾਂ ਦੀ ਕਦਰ ਪਤਾ ਲੱਗਦੀ ਹੈ। ਫਿਰ ਮਨੁੱਖ ਬੇਨਤੀਆਂ ਕਰਾਉਂਦਾ ਹੈ ਗੁਰਦੁਆਰਿਆਂ ਵਿੱਚ, ਮੰਦਰਾਂ ਵਿੱਚ, ਵੀ ਇਹਦੀ ਹੋਰ ਜ਼ਿੰਦਗੀ ਹੋ ਜਾਏ। ਜਿੰਨੀ ਆ ਪਿੱਛੇ ਗਈ ਹੈ ਉਹਦੇ ਵਿੱਚ ਕੀ ਸਵਾਰ ਲਿਆ ਹੈ? ਜਿਹੜੇ 80-90 ਸਾਲ ਲੰਘ ਗਏ ਨੇ ਉਹਨਾਂ ਵਿੱਚ ਕੀ ਸਵਾਰ ਲਿਆ? ਉਹਨਾਂ ਵਿੱਚ ਕੀ ਪ੍ਰਾਪਤ ਹੋਇਆ? ਚਲੋ ਜੇ 10 ਸਾਲ ਹੋਰ ਵੀ ਦੇ ਦੇਗਾ ਫਿਰ ਗੱਲ ਤੇ ਉਹੀ ਰਹਿਣੀ ਹੈ। ਖਾਣਾ ਪੀਣਾ ਸੋਣਾ ਹੱਸਣਾ ਵਿਸਰ ਗਿਆ ਹੈ, ਮਰਨਾ, ਗੱਲ ਤਾਂ ਇੰਨੀ ਹੈ। 10 ਸਾਲ ਫਿਰ ਉਹੀ ਜ਼ਿੰਦਗੀ ਰਹਿਣੀ ਹੈ, ਉਹੀ ਲਾਈਫ ਸਟਾਈਲ ਰਹਿਣਾ ਹੈ। ਸਵੇਰੇ ਉੱਠੋ 7-8 ਵਜੇ ਉੱਠੋ, ਲੰਗਰ ਪ੍ਰਸ਼ਾਦਾ ਛਕੋ, ਦਿਨ ਦੇ ਵਿੱਚ ਨਿੰਦਿਆ ਚੁਗਲੀ ਕਿਸੇ ਦੀ ਕਰੋ, ਥੋੜ੍ਹਾ ਬਹੁਤਾ ਮਾਇਆ ਕਮਾਓ, ਰਾਤ ਨੂੰ ਫਿਰ ਖਾ ਲਓ, ਫਿਰ ਸੋ ਜਾਓ। ਹੋਰ ਇਸ ਤੋਂ ਵੱਧ ਤੇ ਕੁਛ ਨਹੀਂ। ਮਨੁੱਖ ਦੀਆਂ 2-4 ਛਾਲਾਂ ਨੇ, ਪਹਿਲਾਂ ਬਚਪਨ ਹੈ, ਫਿਰ ਵਿਆਹ ਹੈ, ਵਿਆਹ ਤੋਂ ਬਾਅਦ ਬੱਚੇ ਨੇ, ਫਿਰ ਉਹਨਾਂ ਦੇ ਵਿਆਹ ਨੇ, ਉਸ ਤੋਂ ਬਾਅਦ ਵਿਹਲਾ। ਉੱਥੇ ਦਾ ਕੰਮ ਹੀ ਕੋਈ ਨਹੀਂ। ਇਹ ਜਿਹੜਾ ਕੰਮ ਅਸੀਂ ਕਰ ਰਹੇ ਹਾਂ, ਇਹ ਸੇਮ ਕੰਮ ਪਸ਼ੂ ਵੀ ਕਰਦੇ ਨੇ। ਅਸੀਂ ਪਸ਼ੂਆਂ ਨਾਲੋਂ ਕੋਈ ਵੱਖਰਾ ਨਹੀਂ ਕੁਝ ਕੀਤਾ ਹੈ ਦੁਨੀਆ ਤੇ। ਮੈਂ ਕਈ ਵਾਰੀ ਬੇਨਤੀ ਕੀਤੀ, ਚਿੜੀਆਂ ਦੇ ਕਦੀ ਆਲ੍ਹਣੇ ਵੇਖਿਓ ਤੁਸੀਂ? ਘੋਂਸਲੇ ਉਹਨਾਂ ਦੇ ਵੇਖਿਓ? ਆਲ੍ਹਣੇ ਕਿੱਡੇ ਸੋਹਣੇ ਬਣਾਉਂਦੀਆਂ ਨੇ, ਰੁੱਖਾਂ ਤੇ ਟੰਗੇ ਹੁੰਦੇ ਨੇ, ਬੜਾ ਵਧੀਆ ਵਧੀਆ। ਪਤਾ ਨਹੀਂ ਪਰਮੇਸ਼ਰ ਨੇ ਕੀ ਕਲਾ ਉਹਨਾਂ ਦੇ ਵਿੱਚ ਪਾਈ ਹੈ, ਕਿੰਨਾ ਕੁ ਉਹਨਾਂ 'ਚ
ਇੰਨਾ ਕੁ ਦਿਮਾਗ ਤੇ ਉਹਨਾਂ ਵਿੱਚ ਵੀ ਹੈ। ਕਦੇ ਵੇਖਣਾ ਚਿੜੀਆਂ ਆਪਣੇ ਬੱਚਿਆਂ ਨੂੰ ਵੀ ਪਾਲਦੀਆਂ ਨੇ, ਇੱਥੋਂ ਦਾਣਾ ਚੁੱਕਦੀਆਂ ਨੇ, ਆਪਣੇ ਬੋਟ ਜਿਹੜੇ ਅੰਦਰ ਬੈਠੇ ਹੁੰਦੇ ਨੇ ਉਹਨਾਂ ਦੀ ਚੁੰਝ ਵਿੱਚ ਪਾਉਂਦੀਆਂ ਨੇ, ਬੱਚੇ ਤੇ ਉਹ ਵੀ ਪਾਲਦੇ ਨੇ। ਸਵੇਰੇ ਉਹ ਵੀ ਨਿਕਲ ਆਉਂਦੇ ਨੇ ਘਰਾਂ ਚੋਂ। ਪਰ ਮਨੁੱਖ ਵਿੱਚ ਤੇ ਉਹਨਾਂ ਵਿੱਚ ਇੱਕ ਬੜਾ ਫਰਕ ਹੈ, ਉਹ ਸਵੇਰੇ ਵੀ ਚੈਂ ਚੈਂ ਕਰਕੇ ਗੀਤ ਗਾਉਂਦੇ ਨੇ, ਰਾਤ ਨੂੰ ਜਦੋਂ ਸੌਂਦੇ ਨੇ ਉਦੋਂ ਵੀ ਗੀਤ ਗਾਉਂਦੇ ਸੌਂਦੇ ਨੇ, ਹੱਸਦੇ ਨੇ। ਮਨੁੱਖ ਸਵੇਰੇ ਉੱਠਦਾ ਵੀ ਚੀਕਾ ਮਾਰਦਾ ਹੈ, ਰਾਤ ਨੂੰ ਲੜਕੇ ਹੀ ਸੌਂਦਾ ਹੈ। ਬਸ ਇਹ ਫਰਕ ਹੈ ਸਾਡੇ ਤੇ ਉਹਨਾਂ ਵਿੱਚ। ਸ਼ਾਇਦ ਉਹ ਮਨੁੱਖ ਨਾਲੋਂ ਜ਼ਿਆਦਾ ਖੁਸ਼ ਨੇ। ਕਦੀ ਉਹਨਾਂ ਨੂੰ ਵੇਖਣਾ ਚੁੱਕਦੇ, ਕਦੀ ਉਹਨਾਂ ਕੋਲ ਭੜੋਲੇ ਨਹੀਂ, ਉਹਨਾਂ ਕੋਲ ਆਟੇ ਵਾਲੀਆਂ ਮੱਟੀਆਂ ਨਹੀਂ ਜਿਹਦੇ ਵਿੱਚ 15-20 ਕਿਲੋ ਆ ਜਾਏ, ਐਸਾ ਨਹੀਂ ਹੈ ਉਹਨਾਂ ਕੋਲ। ਮਸਾਲੇ ਉਹਨਾਂ ਜੋੜ ਕੇ ਨਹੀਂ ਰੱਖੇ। ਸਵੇਰੇ ਉੱਠਣਾ ਉਹਨਾਂ ਨੂੰ ਪਤਾ ਹੈ ਜਿਹੜੇ ਮਾਲਕ ਨੇ ਦੁਨੀਆ ਤੇ ਭੇਜਿਆ ਪਤਾ ਨਹੀਂ ਕਿੱਥੇ ਦਾਣੇ ਪਾਏ ਨੇ। ਕਾਹੇ ਰੇ ਮਨ ਚਿਤਵੈ ਉਦਮ, ਜਾ ਆ ਹਰ ਹਰ ਜੀਉ ਪਰਿਆ। ਮਨਾ ਤੂੰ ਕਿਉਂ ਚਿੰਤਾ ਕਰਦਾ ਹੈ, ਤੇਰੇ ਨਾਂ ਦੀ ਚਿੰਤਾ ਤੇ ਉਹ ਕਰ ਰਿਹਾ ਹੈ। ਨਾਨਕ ਚਿੰਤਾ ਮਤ ਕਰੋ, ਚਿੰਤਾ ਤੇ ਸਹੀ ਹੈ। ਆ ਜਿੱਡਾ ਵੱਡਾ ਪਸਾਰਾ ਉਹਨੇ ਚਲਾਇਆ, ਕਿਤੇ ਐਵੇਂ ਚੱਲ ਪਿਆ ਸਾਧ ਸੰਗਤ। ਇਹਨੂੰ ਤੇ ਵੇਖਣ ਦੀ ਜ਼ਰੂਰਤ ਹੀ ਨਹੀਂ। ਆ ਉਂਗਲਾਂ ਨੇ 5, ਕਿੱਡੇ ਤਰੀਕੇ ਐਸੀ ਡਰਾਇੰਗ ਹੈ, ਇੱਕ ਛੋਟੀ ਹੈ, ਇੱਕ ਵੱਡੀ ਹੈ, ਕੋਤੋਂ ਵੱਡੀ ਹੈ, ਕੋਤੋਂ। ਉਹਨੇ ਸ਼ਾਇਦ ਵੇਖਿਆ ਵੀ ਹੋਏਗਾ ਵੀ ਜੇ ਪੰਜੇ ਬਰਾਬਰ ਕਰਦੇ ਆ, ਕਿਵੇਂ ਉਹਨੇ ਸਿਸਟਮ ਬਣਾਇਆ, ਕਿਵੇਂ ਇਹਨਾਂ ਦੇ ਵਿੱਚ ਕਿਵੇਂ ਬਣਤਰ ਬਣਾਈ, ਕਿਵੇਂ ਉਹਨੇ ਸੋਚਿਆ ਹੋਏਗਾ। ਇਹ ਵੇਖੋ ਕਿੱਡੀ ਵੱਡੀ ਉਹਦੀ ਡਰਾਇੰਗ ਹੈ ਰੱਬ ਦੀ। ਔਰ ਵੇਖੋ ਸਾਧ ਸੰਗਤ, ਸੂਰਜ ਤੇ ਪ੍ਰਿਥਵੀ ਅੱਜ ਤੇ ਪਤਾ ਲੱਗ ਗਿਆ ਦੋਵੇਂ ਘੁੰਮ ਰਹੇ ਨੇ। ਹੋਰ ਵੀ ਬੜੇ ਤਾਰੇ ਨੇ ਜਿਹੜੇ ਘੁੰਮ ਰਹੇ ਨੇ। ਜੇ ਕਿਤੇ 1 ਸੈਕਿੰਡ ਵੀ ਇਹਨਾਂ ਦਾ ਟਾਈਮ ਬਦਲ ਗਿਆ, 1 ਸੈਕਿੰਡ, ਮਿਲੀ ਸੈਕਿੰਡ, ਸਾਰੇ ਆਪਸ ਇੱਕਦਮ ਸਾਰਾ ਵਿਸ਼ਵ ਹੀ ਖਤਮ ਹੋ ਜਾਏਗਾ ਇੱਕਦਮ। ਪਰ ਵੇਲੋ ਕਦੀ ਲੇਟ ਨਹੀਂ ਹੁੰਦੇ, ਉਹ ਵੀ ਬਰਾਬਰ ਚੱਲ ਰਿਹਾ। ਉਹ ਵੀ ਉਹਦੀ ਮਰਜ਼ੀ ਹੈ, ਜਿੱਦਣ ਉਹਨੇ ਲੇਟ ਕਰਨਾ ਹੈ ਇੱਕ ਅੱਧੇ ਨੂੰ ਅੱਗੇ ਪਿੱਛੇ ਕਰੇਗਾ, ਧਰਤੀਆਂ ਟਕਰਾ ਜਾਣਗੀਆਂ, ਇੱਥੇ ਕੁਝ ਵੀ ਨਹੀਂ ਹੋਣਾ। ਅੱਜ ਤੋਂ ਪਹਿਲਾਂ ਕਿਹੜਾ ਇੱਥੇ ਕੁਝ ਹੈ ਸੀ। ਆਪਾਂ ਨੂੰ ਤੇ ਆਇਆ ਇੱਥੇ 40-50 ਸਾਲ ਹੋਏ ਨੇ ਸਾਧ ਸੰਗਤ। ਇੱਥੇ ਤੇ ਬੜੀਆਂ ਵੱਡੀਆਂ ਸਭਿਤਾਵਾਂ ਗਰਕ ਹੋ ਗਈਆਂ, ਸ਼ਹਿਰਾਂ ਦੇ ਸ਼ਹਿਰ। ਪਹਿਲਾਂ ਕਈ ਵਾਰ ਪਸਰਿਓ ਪਸਾਰਾ, ਇੱਕ ਵਾਰੀ ਨਹੀਂ ਹੋਇਆ ਇੱਥੇ ਕੁਝ, ਬੜੀ ਵਾਰੀ। ਸਾਨੂੰ ਪਤਾ ਹੀ ਨਹੀਂ ਅਸੀਂ ਕਿੰਨੀ, ਜਿੱਥੇ ਅਸੀਂ ਬੈਠੇ ਹਾਂ ਪਤਾ ਨਹੀਂ ਕਿੰਨੇ ਲੋਕ ਇੱਥੇ ਪਹਿਲਾਂ ਕਰੋੜਾਂ ਹੀ ਹੋ ਕੇ ਤੁਰ ਗਏ। ਪਰ ਜਿਹੜੇ ਹੋ ਕੇ ਗਏ ਨੇ ਨਾ, ਉਹ ਵੀ ਸਾਡੇ ਜਿਵੇਂ ਸੋਚਦੇ ਸੀ ਵੀ ਸਦਾ ਹੀ ਰਹਿਣਾ ਇੱਥੇ, ਐਵੇਂ ਸੋਚਦੇ ਸੀ। ਸਰੀਰ ਦਾ ਕਿਤੇ ਆਪਣੇ ਸਰੀਰ ਨੂੰ ਚੰਗੀ ਤਰ੍ਹਾਂ ਇਹਦਾ ਫਾਇਦਾ ਨਹੀਂ ਲੈ ਸਕੇ। ਕਿਉਂ? ਅੰਤ ਚੇਤੇ ਨਹੀਂ ਸੀ। ਜਿਨ੍ਹਾਂ ਨੂੰ ਆਪਣਾ ਅੰਤ ਚੇਤੇ ਆਉਂਦਾ ਹੈ, ਬੇਅੰਤ ਪਰਮਾਤਮਾ, ਉਹਨਾਂ ਨੂੰ ਹੀ ਚੇਤੇ ਆਉਂਦਾ ਹੈ। ਨਮੋ ਦੀਨ ਦਿਆਲੰ, ਨ ਆਦੰ ਨ ਅੰਤੰ, ਅਗਾਧੰ ਅਬਾਧੰ ਰਚੇ ਸਰਬਜੰਤੰ। ਕਿ ਮਹਾਰਾਜ ਜੀ ਦੀ ਸਿਫਤ ਵਿੱਚ ਉਹ ਮਾਈ ਦਾਸ ਕਹਿੰਦਾ ਹੈ, ਨਮੋ ਹੈ ਦੀਨ ਦਿਆਲ ਵਾਹਿਗੁਰੂ, ਗੁਰੂ ਜੀ ਤੁਹਾਨੂੰ ਨਮਸਕਾਰ ਹੈ। ਨਾ ਤੁਹਾਡਾ ਆਦ ਹੈ, ਨਾ ਅੰਤ ਹੈ, ਨਾ ਮੱਧ ਹੈ। ਤੁਸੀਂ ਹਮੇਸ਼ਾ ਤੋਂ ਹੀ ਇਹ ਦੁਨੀਆ ਤੇ ਬਣੇ ਹੋਏ ਹੋ। ਤੋਹੀ ਲੋਕ 14 ਰਚੇ ਧਾਰ ਲੀਲਾ, ਪ੍ਰਵੇਸ਼ਿਓ ਸਭੈ ਮੈਂ ਅਲੇਖੰ ਸੁਮੀਲਾ। ਹੇ ਪਰਮਾਤਮਾ, ਤੂੰ ਹੀ ਸਾਰੇ ਇਹ 14 ਲੋਕ ਰਚੇ ਨੇ ਤੇ ਇਹਨਾਂ ਸਾਰਿਆਂ ਜਨਤਾ ਦੇ ਵਿੱਚ ਤੂੰ ਆਪ ਹੀ ਬੈਠਾ ਹੈ। ਸਾਰੀ ਕਾਰਵਾਈ ਵਿੱਚ ਬੈਠ ਕੇ ਆਪ ਹੀ ਕਰ ਰਿਹਾ ਹੈ। ਸਦਾ ਜੈ ਸਦਾ ਜੈ ਸਦਾ ਜੈ ਗੁਸਾਈ, ਮਾਇਆ ਕੀਨ ਮੋਹ ਪੈ ਸੋ ਲੀਨੋ ਬਚਾਈ। ਤੇਰੀ ਸਦਾ ਜੈ ਹੈ, ਤੇਰੀ ਸਦਾ ਜੈ ਹੈ, ਸਦਾ ਜੈ। ਪਰ ਮੇਰੇ ਤੇ ਮਾਇਆ ਕਰੋ, ਮੇਰੇ ਤੇ ਕਿਰਪਾ ਕਰੋ, ਮੈਨੂੰ ਬਚਾ ਲਵੋ। ਗੋਬਿੰਦੇ ਮੁਕੰਦੇ ਆਨੰਦੇ ਸਰ ਅਨੂਪੇ, ਨਮਸਤੰ ਨਮਸਤੰ ਸਮਸਤੰ ਸਰੂਪੇ। ਮੁਕਤੀ ਦਾਤੇ, ਅਨੰਤ ਦੇ ਦਾਤੇ, ਅਨੂਪਮ। हे परमात्मा, ऐसे परमात्मा, हर थां रहन वाले परमात्मा, मेरी तेनू नमस्कार है। इस प्रकार उस्तत करी हरकत माई दास। ਐਵੇਂ ਮਹਾਰਾਜ ਜੀ ਦੀ ਉਸਤਤ ਕਰ ਕਰਕੇ ਬੜਾ ਖੁਸ਼ ਹੁੰਦਾ ਹੈ, ਬੜਾ ਹੱਸੀ ਜਾ ਰਿਹਾ ਹੈ। ਭਜੋ ਨਿਹਾਲ ਵਿਸਾਲਈ, ਪੂਰਨ ਪ੍ਰੇਮ ਪ੍ਰਕਾਸ਼।
ਅਤੇ ਇਸ ਤਰ੍ਹਾਂ ਸਿਫਤ ਕਰਦਿਆਂ ਕਰਦਿਆਂ ਉਸ ਦੇ ਅੰਦਰ ਪੂਰਨ ਪ੍ਰੇਮ ਦਾ ਪ੍ਰਕਾਸ਼ ਹੋਇਆ ਸਾਧ ਸੰਗਤ। ਕਿਉਂਕਿ ਜਿਹੜਾ ਸਾਡਾ ਸਰੀਰ ਹੈ ਨਾ, ਇਹਦੀ ਜਿਹੜੀ ਬਣਤਰ ਹੈ 5 ਤੱਤਾਂ ਦੀ ਹੈ। ਹੁਣ ਸਾਡਾ ਸਰੀਰ, ਆਪਾਂ ਇੱਥੇ ਬੈਠੇ ਹਾਂ, ਆ ਹੱਥ ਕੰਮ ਕਰਦਾ ਹੈ, ਅੰਦਰ ਇਹਦੇ ਅੰਦਰ ਮਨ ਹੈ, ਉਹ ਮਨ ਹੱਥ ਨੂੰ ਆਰਡਰ ਦਿੰਦਾ ਤਾਂ ਹੀ ਇਹ ਕੰਮ ਕਰਦਾ ਹੈ। ਜਿੱਦਣ ਇਹਦੇ ਵਿੱਚੋਂ ਨਿਕਲ ਜਾਂਦਾ ਨਾ ਆਰਡਰ ਦੇਣ ਵਾਲਾ, ਉਦਣ ਸਰੀਰ ਤੇ ਰਹਿੰਦਾ ਹੈ ਨਾ, ਹੱਥ ਉੱਤੇ ਚੁੱਕਿਆ ਨਾਲ ਹੀ ਥੱਲੇ ਉੱਤੇ, ਉਦਣ ਸਿਰਫ ਇੱਕ ਪਦਾਰਥ ਰਹਿ ਜਾਂਦਾ ਹੈ। ਇਸ ਕਰਕੇ ਇਹ ਜਿਹੜਾ ਮਨ ਹੈ, ਇਹਦੇ ਤੇ ਹੀ ਆਵਾਜ਼, ਜਿਵੇਂ ਅਸੀਂ ਵਾਹਿਗੁਰੂ ਵਾਹਿਗੁਰੂ ਰਾਮ ਰਾਮ ਕੋਈ ਵੀ ਸ਼ਬਦ ਜਪਦੇ ਆ ਨਾ, ਜਿਵੇਂ ਜਿਵੇਂ ਸ਼ਬਦ ਜਪਦੇ ਆ, ਸਾਡੇ ਅੰਦਰ ਦੀਆਂ ਤਰੰਗਾਂ ਉਹ ਹੌਲੀ ਹੌਲੀ ਕਰਦਿਆਂ ਇੱਕ ਦਿਨ ਮਨ ਤੇ ਉਹ ਪਹੁੰਚ ਜਾਂਦੀਆਂ ਨੇ। ਔਰ ਜਿਹੜੇ ਸ਼ਬਦ ਦਾ ਉਹ ਜਾਪ ਕਰੇਗਾ, ਉਹ ਚੀਜ਼ ਉਹਨੂੰ ਵਿਖਣੀ ਸ਼ੁਰੂ ਹੋ ਜਾਏਗੀ। ਫਿਰ ਜਿਹੜੀ ਵੀ ਚੀਜ਼ ਦੀ ਜਾਪ ਕਰੇਗਾ, ਮਿਹਨਤ ਦਾ ਕੰਮ ਹੈ, ਮਸ਼ੱਕਤ ਤੇ ਲੱਗਦੀ ਹੈ। ਕੋਈ ਵੀ ਕੰਮ ਹੈ, ਮਿਹਨਤ ਤੋਂ ਬਿਨਾਂ ਤੇ ਕੁਝ ਹੁੰਦਾ ਹੀ ਨਹੀਂ। ਪਾਣੀ 'ਚ ਵੀ ਕਿਹਾ, ਜਿੰਨੀ ਨਾਮ ਧਿਆਇਆ ਗਏ ਮਸ਼ੱਕਤ ਕਾਲ, ਮਿਹਨਤ ਤੇ ਲੱਗਦੀ ਹੈ। ਪਰ ਜਦੋਂ ਜਿਵੇਂ ਜਿਵੇਂ ਮਿਹਨਤ ਕਰੇਗਾ, ਇਸ ਨੂੰ ਅੰਦਰ ਦਾ ਪ੍ਰਕਾਸ਼ ਤਾਂ ਹੀ ਹੁੰਦਾ ਹੈ। हे प्रभ जे प्रसन्न मुझ पर हो, राखो चरण कमल रज कर हो। ਕਹਿੰਦਾ ਹੈ ਪ੍ਰਭੂ ਜੀ, ਗੁਰੂ ਜੀ, ਜੇ ਮੇਰੇ ਤੇ ਖੁਸ਼ ਹੋ ਗਏ ਹੋ, ਮੈਨੂੰ ਇੱਕ ਦਾਤ ਦਿਓ। ਦਾਤ ਕੀ? ਆਪਣੇ ਚਰਨਾਂ ਕਮਲਾਂ ਦੀ ਮੈਨੂੰ ਧੂੜ ਬਖਸ਼ ਦਿਓ। नित दर्शन मैं तुमरो पाऊं, जन्म जन्म को परम मिटाऊं। ਸਾਧ ਸੰਗਤ, ਵੈਸੇ ਸਮਝਣ ਵਾਲੇ ਨਾ ਦਾਤ ਇਹੀ ਮੰਗਦੇ ਹੁੰਦੇ ਨੇ ਗੁਰੂ ਕੋਲੋਂ, ਕਿ ਮੈਂ ਜਨਮ ਜਨਮ ਤੇਰੇ ਹੀ ਦਰਸ਼ਨ, ਤੇਰੇ ਹੀ ਦਰਸ਼ਨਾਂ ਵਿੱਚ ਰਵਾਂ। ਜਿਸ ਦਿਨ ਗੁਰੂ ਨਾਨਕ ਸਾਹਿਬ ਜੀ ਨਾ, ਦੇਖੋ ਗੁਰੂ ਨਾਨਕ ਸਾਹਿਬ ਜੀ ਬੇਬੇ ਨਾਨਕੀ ਦੇ ਭਰਾ ਨੇ, ਔਰ ਬੇਬੇ ਨਾਨਕੀ ਦੇ ਸਾਰੀ ਉਮਰ ਕੋਈ ਸੰਤਾਨ ਨਹੀਂ ਹੋਈ। ਜਿਹਦਾ ਭਰਾ ਗੁਰੂ ਨਾਨਕ ਹੈ, ਜਿਹਦੇ ਦਰ ਤੋਂ ਅੱਜ ਤਾਈਂ ਦੁਨੀਆ ਮੰਗਦੀ ਹੈ, ਉਹ ਭੈਣ ਨੇ ਗੁਰੂ ਨਾਨਕ ਤੋਂ ਕੁਝ ਨਹੀਂ ਮੰਗਿਆ। ਗੁਰੂ ਨਾਨਕ ਨੇ ਕਿਹਾ, ਭੈਣ ਜੀ ਕੋਈ ਜ਼ਰੂਰਤ ਹੈ ਦੱਸੋ। ਕਹਿੰਦੇ, ਵੀਰਾ ਜੇ ਦੇਣਾ ਮੈਨੂੰ ਇੱਕ ਦਾਤ ਬਖਸ਼ੀ। ਕਹਿੰਦੇ, ਕੀ? ਕਹਿੰਦੇ, ਬਸ ਜਦੋਂ ਮੈਂ ਤੈਨੂੰ ਯਾਦ ਕਰਾਂ ਉਦੋਂ ਦਰਸ਼ਨ ਦੇ ਦਿਆ ਕਰੀ, ਹੋਰ ਮੈਨੂੰ ਕੁਝ ਨਹੀਂ ਚਾਹੀਦਾ। ਕਿੱਡੀ ਵੱਡੀ ਦਾਤ। ਕਹਿੰਦੇ, ਬਸ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ, ਮਨ ਪ੍ਰੀਤ ਚਰਨ ਕਮਲਾਰੇ। ਗੁਰੂ ਨਾਨਕ ਸਾਹਿਬ ਨੇ ਨਾ ਕਈ ਵਾਰੀ ਬੇਬੇ ਨਾਨਕੀ ਦੇ ਪੈਰੀ ਹੱਥ ਲਾਉਣ ਲੱਗਣਾ। ਕਹਿੰਦੇ, ਨਾ ਵੀਰਾ, ਤੂੰ ਰੱਬ ਦਾ ਪੈਗੰਬਰ ਹੈ, ਭਾਵੇਂ ਮੈਂ ਰਿਸ਼ਤੇ 'ਚ ਤੇਰੇ ਤੋਂ ਵੱਡੀ ਹਾਂ, ਪਰ ਤੂੰ ਮੇਰੇ ਪੈਰਾਂ ਨੂੰ ਹੱਥ ਲਾਉਂਦਾ ਚੰਗਾ ਨਹੀਂ ਲੱਗਦਾ, ਭਾਵੇਂ ਮੈਂ ਤੇਰੇ ਤੇ ਰਿਸ਼ਤੇ 'ਚ ਵੱਡੀ ਹਾਂ। ਮੰਗਿਆ ਕੀ? ਮਹਾਰਾਜ ਨੇ ਵੀ ਕਿਹਾ, ਕਹਿੰਦੇ, ਬੇਬੇ ਨਾਨਕੀ, ਮੈਂ ਉਦਾਸੀਆਂ ਤੇ ਚੱਲਿਆ, ਜਿੱਥੇ ਵੀ ਹੋਵਾਂਗਾ ਤੂੰ ਮੈਨੂੰ ਯਾਦ ਕਰੀ, ਨਾਲੋਂ ਨਾਲ ਤੈਨੂੰ ਦਰਸ਼ਨ ਦਿਆਂਗਾ ਜਿੱਥੇ ਵੀ ਹੋਵਾਂ। ਔਰ ਉਹ ਬੇਬੇ ਨਾਨਕੀ ਹੈ ਸਭ ਤੋਂ ਪਹਿਲੀ ਬੀਬੀ, ਜਿਹਨੇ ਗੁਰੂ ਨਾਨਕ ਸਾਹਿਬ ਨੂੰ ਪਛਾਣਿਆ, ਜਿਹਨੇ ਆਪਣੇ ਪਿਤਾ ਨੂੰ, ਜਿਸ ਦਿਨ ਪਿਤਾ ਨੇ ਚਪੇੜ ਮਾਰੀ ਨਾ ਮਹਾਰਾਜ ਦੇ, ਉਸ ਦਿਨ ਬੇਬੇ ਨਾਨਕੀ ਨੇ ਅੱਗੇ ਹੋ ਕੇ, ਪਿਤਾ ਜੀ ਦੁਬਾਰਾ ਮੇਰੇ ਵੀਰ ਦੇ ਨਾ ਮਾਰਿਓ, ਮੇਰਾ ਵੀਰ ਰੱਬ ਦਾ ਦਰਵੇਸ਼ ਹੈ, ਤੁਸੀਂ ਇਹਨੂੰ ਨਹੀਂ ਜਾਣਦੇ। ਉਹ ਬੇਬੇ ਨਾਨਕੀ। ਇਹੀ ਗੱਲ ਮਾਈ ਦਾਸ ਕਹਿੰਦਾ ਹੈ ਕਿ ਮਹਾਰਾਜ ਜੀ ਕਹਿੰਦਾ, ਮਹਾਰਾਜ ਜੇ ਪ੍ਰਸੰਨ ਹੋ ਗਏ ਹੋ, ਇੱਕ ਦਾਤ ਦਿਓ, ਜਿੱਥੇ ਤੁਸੀਂ ਹੋਵੋ ਉੱਥੇ ਮੈਂ ਹੋਵਾਂ, ਆਪਣੇ ਚਰਨਾਂ ਦੀ ਧੂੜ ਮੈਨੂੰ ਬਖਸ਼ ਦਿਓ। ਸੁਨ ਸ੍ਰੀ ਅਮਰ ਪ੍ਰਸੀਦਨ ਭਏ, ਮੁਸਕਾਤ ਮੁਖ ਸੁਖ ਕੋ ਦਏ। ਇਹ ਗੱਲ ਸੁਣ, ਵੇਖੋ ਰੱਬ ਖੁਸ਼ ਵੀ ਇਹੀ ਗੱਲ ਸੁਣ ਕੇ ਹੁੰਦਾ ਹੈ। ਇਹ ਗੱਲ ਸੁਣ ਕੇ ਮਹਾਰਾਜ ਹੱਸ ਪਏ, ਗੁਰੂ ਅਮਰਦਾਸ ਜੀ। ਜਦੋਂ ਗੁਰੂ ਹੱਸਿਆ, ਸਮਝ ਲਓ ਕੁਛ ਦੇ ਦਿੱਤਾ ਉਹਨੇ। ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ, ਮਹਾਰਾਜ ਹੱਸੇ, ਇਵੇਂ ਲੱਗਦਾ ਹੈ ਉਹਨੂੰ ਲੋਕ ਪਰਲੋਕ ਦੇ ਸੁੱਖ ਹੀ ਬਖਸ਼ ਦਿੱਤੇ ਹਨ। ਬਚਨ ਕਹਿਓ ਸੁਨ ਮਾਈ ਦਾਸ, ਅਬ ਤੋ ਰਹੋ ਹਮਾਰੇ ਪਾਸ। ਬਚਨ ਕੇ ਹੁਣ ਮਾਈ ਦਾਸ ਇੱਕ ਸੁਣ, ਅੱਜ ਤੋਂ ਬਾਅਦ ਤੂੰ ਮੇਰੇ ਕੋਲ ਰਹਿ। ਸਾਧ ਸੰਗਤ, ਇਹੀ ਗੱਲ ਵੇਖੋ, ਜਿੰਨੇ ਹੋਰ ਵੀ ਉਦਾਹਰਣ ਮਿਲਦੇ ਨੇ ਇਤਿਹਾਸ ਵਿੱਚ। ਭਾਈ ਮਰਦਾਨਾ ਜੀ ਦਰਿਆ ਕੁਰਮ ਦੇ, ਦਰਿਆ ਅਫਗਾਨਿਸਤਾਨ ਦੇ, ਈਰਾਨ ਇਰਾਕ 'ਚ ਭਾਈ ਮਰਦਾਨਾ ਜੀ ਮਹਾਰਾਜ ਨਾਲ ਹੀ ਨਾ ਉਦਾਸੀ ਤੇ, ਉੱਥੇ ਉਹਨਾਂ ਨੇ ਸਰੀਰ ਛੱਡ ਦਿੱਤਾ। ਸਰੀਰ ਛੱਡਣ ਲੱਗੇ, ਮਹਾਰਾਜ ਨੂੰ ਕਹਿੰਦੇ, ਮਹਾਰਾਜ ਮੇਰਾ ਅੰਤ ਨੇੜੇ ਹੈ। ਮਹਾਰਾਜ ਕਹਿੰਦੇ, ਮਰਦਾਨਿਆ
ਤੂੰ ਮੇਰੇ ਨਾਲ ਰਵਾਬ ਵਜਾਈ ਹੈ, ਬੜੇ ਸ਼ਬਦ ਗਾਏ ਨੇ, ਤੂੰ ਮੰਗ ਲੈ ਕੁਛ ਮੰਗਣਾ ਹੈ। ਜੇ ਤੂੰ ਕਹੇ ਤੇਰੇ ਨਾਂ ਦੀ ਇੱਥੇ ਮੜੀ ਬਣਵਾ ਦਿੰਨੇ ਆ, ਸਾਰੀ ਦੁਨੀਆ ਤੈਨੂੰ ਆ ਕੇ ਮੱਥੇ ਟੇਕਿਆ ਕਰੇਗੀ। ਕਹਿੰਦੇ ਮਹਾਰਾਜ ਇਹ ਜਿੰਦੇ ਸਰੀਰ ਦੀ ਮੜੀ ਚੋਂ ਕੱਢ ਕੇ ਇਹਦੇ ਵਿੱਚ ਇੱਟਾਂ ਵਾਲੀ ਚ ਪਾਉਣ ਲੱਗੇ ਹੋ। ਕਹਿੰਦੇ ਮੰਗ ਫਿਰ ਕੀ ਮੰਗਦਾ ਹੈ? ਮਹਾਰਾਜ ਕੁਛ ਨਹੀਂ ਚਾਹੀਦਾ, ਬਸ ਇੱਕ ਗੱਲ ਯਾਦ ਰੱਖਿਓ, ਜਿੱਥੇ ਤੁਸੀਂ ਹੋਵੋ ਉੱਥੇ ਮੈਂ ਹੋਵਾਂ ਬਸ। ਵੇਖੋ ਸਵਰਗ ਨਹੀਂ ਮੰਗਿਆ, ਸਵਰਗ ਨਹੀਂ ਮੰਗਿਆ, ਸੱਚਖੰਡ ਵੀ ਨਹੀਂ ਮੰਗਿਆ, ਕਿਉਂਕਿ ਮਰਦਾਨੇ ਨੂੰ ਪਤਾ ਹੈ ਜਿੱਥੇ ਬਾਬਾ ਨਾਨਕ ਹੋਏਗਾ ਉੱਥੇ ਸੱਚਖੰਡ ਹੀ ਹੋਣਾ ਹੈ। ਜਿੱਥੇ ਗੁਰੂ ਨਾਨਕ ਹੋਏਗਾ ਸੱਚਖੰਡ ਵਾਸੀ ਉੱਥੇ ਜਾਂਦਾ ਹੈ। ਬਾਣੀ ਕਹਿੰਦੀ ਹੈ ਤਹਾਂ ਬੈਕੁੰਠ ਜਹਾਂ ਕੀਰਤਨ ਤੇਰਾ, ਜਿੱਥੇ ਰੱਬ ਦੀ ਗੱਲ ਹੋਏ ਉੱਥੇ ਸੱਚਖੰਡ ਹੀ ਹੈ, ਉੱਥੇ ਬੈਕੁੰਠ ਹੀ ਹੈ। ਔਰ ਵੇਖੋ ਉਸ ਤੋਂ ਬਾਅਦ ਮਹਾਰਾਜ ਉਹਦੇ ਘਰ ਆਏ ਮਰਦਾਨੇ ਦੇ, ਉਹਦੇ ਬੇਟੇ ਨੇ ਰਜਾਦਾ ਤੇ ਸ਼ਹਜ਼ਾਦਾ। ਉਹਨਾਂ ਨੂੰ ਕਹਿੰਦੇ ਨੇ, ਕਹਿੰਦੇ ਪਿਤਾ ਜੀ ਨਹੀਂ ਆਏ, ਅੱਬਾ ਨਹੀਂ ਆਏ? ਕਹਿੰਦੇ ਬੇਟਾ ਅੱਬਾ ਉੱਥੇ ਚਲੇ ਗਏ ਨੇ ਜਿੱਥੋਂ ਵਾਪਸ ਨਹੀਂ ਮੁੜਿਆ ਜਾਂਦਾ। ਕਹਿੰਦੇ ਨੇ ਪੁੱਤਰੋ ਤੁਹਾਡੇ ਪਿਤਾ ਨੇ ਮੇਰੇ ਨਾਲ ਰਵਾਬ ਵਜਾਈ, ਤੁਸੀਂ ਕੁਛ ਮੰਗ ਲਓ। ਉਹ ਕਹਿੰਦੇ ਨੇ ਸਾਡੇ ਪਿਤਾ ਨੇ ਕੀ ਮੰਗਿਆ? ਮਹਾਰਾਜ ਤੇ ਚਲੋ ਕੁਛ ਨਾ ਬੋਲੇ। ਉਹ ਕਹਿੰਦੇ ਮਹਾਰਾਜ ਅਸੀਂ ਤੇ ਕੁਛ ਨਹੀਂ ਮੰਗਣਾ, ਪਰ ਸਾਨੂੰ ਪਤਾ ਹੈ ਜੋ ਸਾਡੇ ਪਿਤਾ ਨੇ ਮੰਗਿਆ ਨਾ ਤੁਸੀਂ ਉਹੀ ਸਾਨੂੰ ਦੇ ਦਿਓ। ਸਾਨੂੰ ਵਿਸ਼ਵਾਸ ਹੈ ਸਾਡੇ ਪਿਤਾ ਕਦੀ ਗਲਤ ਚੀਜ਼ ਨਹੀਂ ਮੰਗਣਗੇ, ਜੋ ਮੇਰੇ ਪਿਤਾ ਨੇ ਮੰਗਿਆ ਉਹ ਸਾਨੂੰ ਦੇ ਦਿਓ। ਮਹਾਰਾਜ ਗੁਰੂ ਨਾਨਕ ਸਾਹਿਬ ਹੱਸ ਕੇ ਕਹਿੰਦੇ ਬੱਚਿਓ ਤੁਸੀਂ ਤੇ ਲੋਕ ਪਰਲੋਕ ਹੀ ਮੰਗ ਲਿਆ, ਸਭ ਕੁਝ ਮੰਗ ਲਿਆ ਤੁਸੀਂ। ਤੁਹਾਡੇ ਪਿਤਾ ਨੇ ਕੋਈ ਛੋਟੀ ਮੰਗ ਨਹੀਂ ਮੰਗੀ। ਇਸ ਕਰਕੇ ਸਾਧ ਸੰਗਤ ਇਹੀ ਗੱਲ ਮਾਈ ਦਾਸ ਨੇ ਕਹੀ, ਮਹਾਰਾਜ ਚਾਹੀਦਾ ਕੁਛ ਨਹੀਂ। ਇਹੀ ਗੱਲ ਕਹਿੰਦੇ ਆ ਗੁਰੂ ਸਾਹਿਬ ਖੁਸ਼ ਹੋ ਗਏ। ਇੱਥੋਂ ਤੱਕ ਦੀ ਕਥਾ ਆਪਾਂ ਸ਼ਰਵਣ ਕਰਾਂਗੇ। ਹੁਣ ਕੱਲ ਨੂੰ ਮਹਾਰਾਜ ਉਹਨੂੰ ਕਿਵੇਂ ਉਹਨੂੰ ਅੱਗੇ ਪਾਰ ਉਤਾਰਾ ਕਰਦੇ ਨੇ, ਕਿਵੇਂ ਉਹਨੂੰ ਨਾਮ ਬਖਸ਼ਦੇ ਨੇ, ਇਹ ਜਿਹੜੀ ਕਥਾ ਆਪਾਂ ਕੱਲ ਨੂੰ ਸ਼ਰਵਣ ਕਰਾਂਗੇ। ਨਾਲੇ ਇੱਕ ਗੰਗੋ ਸ਼ਾਹ ਦਾ ਨਾਂ ਦਾ ਇੱਕ ਵਿਅਕਤੀ, ਉਹ ਗਰੀਬ ਹੋ ਜਾਂਦਾ ਹੈ, ਉਹ ਫਿਰ ਕਿਵੇਂ ਗੁਰੂ ਦੀ ਦਰ ਤੇ ਸੇਵਾ ਕਰਕੇ ਆਪਣੀ ਆਰਥਿਕ ਸਥਿਤੀ ਨੂੰ ਠੀਕ ਕਰਦਾ ਹੈ। ਇਹ ਐਸੀ ਕਥਾ ਆਪਾਂ ਕੱਲ ਨੂੰ ਫਿਰ ਗੁਰੂ ਸਾਹਿਬ ਕਿਰਪਾ ਕਰਨ। ਸਭ ਜਿੰਨੇ ਵੀ ਆਪ ਜੀ ਸਤ ਸੰਗਤ ਵਿੱਚ ਆਉਂਦੇ ਹੋ, ਜਿੰਨੇ ਪ੍ਰਾਣੀ, ਸਭਨਾਂ ਨੂੰ ਦੇਹ ਅਰੋਗਤਾ ਨਾਮ ਦੀ ਦਾਤ ਬਖਸ਼ਣ। ਇਸੇ ਤਰੀਕੇ ਨਾਲ ਆਪ ਸਤ ਸੰਗਤ ਵਿੱਚ ਆ ਕੇ ਗੁਰੂ ਦੀਆਂ ਕਹਾਣੀਆਂ ਬਾਬਾਣੀਆਂ ਸੁਣਦੇ ਰਹੋ, ਤਾਂ ਜੋ ਸਾਡਾ ਮਨ ਤਨ ਦੋਵੇਂ ਸ਼ੀਤਲ ਹੋਣ, ਮਨ ਦੇ ਵੀ ਰੋਗ ਦੂਰ ਹੋਣ, ਤਨ ਦੇ ਵੀ ਰੋਗ ਦੂਰ ਹੋਣ। ਇੰਨੀਆਂ ਬੇਨਤੀਆਂ ਪ੍ਰਵਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।